नाभि पंचकर्मा एक ऐसी थैरेपी है, ये साडे प्राचीन ऋषि मुनियां और आयुर्वेद दे विच और योग दे विच जिहड़ा कि नाभि दे उत्ते फोकस किया जाता। नाभि ते फोकस क्यों किया जाता? क्योंकि पुराने बजुर्गों का मनना हैगा और आयुर्वेद का मनना है, योग का मनना है कि नाभि दे नाल 72,000 नसां जिहड़ियां कि सीधियां जुड़ियां होईयां। और अगर असी नाभि दे विच अलग अलग तेल नूं यूज़ करते हैं तो यूज़ करन दे नाल ऐदां दीयां असाध्य बीमारियां जिहड़ियां कि होईयां वो ठीक होंदियां। तो ये करके असी ये विच नाभि पंचकर्मा दे विच 20 आयुर्वेदिक ऑयल जिहड़े है वो असी मतलब आयुर्वेदिक विधि नाल तैयार करके मतलब बनाए गए हैं। तो ये नाल सानूं बहुत सारे जिहड़े पेशेंट है मतलब तेल पाण दे नाल ठीक होए। मैं नाभि पंचकर्मा नूं वरत के देखिया तेल जी। मेरे दर्दां सी 8-10 साल पुरानियां जी, वो ठीक होईयां। मेरे सर्वाइकल सीगी वो भी ठीक होई है जी। ते और मेरा खून गाढ़ा हुंदा सीगा जी, ते वो भी हुण ठीक आ। कोलेस्ट्रॉल भी मेरा जिहड़ा सीगा वो कई वारी वध घट जिहड़ा है ना काला हो जांदा सी जी। जे ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੀ, ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਹੁੰਦੇ ਸੀਗੇ, ਦੇਸੀ ਤੇਲ ਹੁੰਦਾ ਧੁੰਨੀ ਤੇ ਲਾ ਲੈਂਦੇ ਸੀ, ਕੰਨਾਂ ਦੇ ਵਿੱਚ ਤੇਲ ਲਾਉਂਦੇ ਸੀ, ਨੱਕ ਤੇ ਲਾਉਂਦੇ ਸੀ ਕਿ ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ। ਤੇ ਹੁਣ ਜਿਹੜਾ ਨਾਭੀ ਪੰਚਕਰਮਾ ਤੇਲ ਆ ਇਹਦਾ ਕੀ ਬੈਨੀਫਿਟ ਆ? ਸਾਡੇ ਬਜ਼ੁਰਗ ਜਿਹੜੇ ਥੇ ਕਿ ਦੇਸੀ ਤੇਲ ਲਾਉਂਦੇ ਸੀਗੇ। ਦੇਸੀ ਤੇਲ ਲਾਉਣ ਦਾ ਵੀ ਇੱਕ ਰੀਜ਼ਨ ਸੀਗਾ, ਕਾਰਨ ਸੀਗਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਦੇਸੀ ਤੇਲ ਲਾਉਣ ਦੇ ਨਾਲ ਕਿ ਨਾਭੀ ਦੇ ਨਾਲ 72,000 ਨਸਾਂ ਜੁੜਨ ਦੇ ਨਾਲ ਉਹ ਸਰੀਰ ਦੇ ਅੰਦਰ ਕਿ ਉਹ ਜਿਹੜੇ ਤੇਲ ਹੈਗੇ ਉਹ ਕਈ ਬਿਮਾਰੀਆਂ ਨੂੰ ਜਿਹੜੇ ਠੀਕ ਕਰਦੇ ਹੈਗੇ। ਤੇਲ ਜਿਹੜੇ ਆਯੁਰਵੈਦਿਕ ਵਿਧੀ ਨਾਲ ਤਿਆਰ ਕਰਕੇ ਤੇ ਜਿਹਦੇ ਨਾਲ ਕਿ ਉਹ ਪਾਣ ਦੇ ਨਾਲ ਕਈ ਮਰੀਜ਼ ਜਿਹੜੇ ਹੈਗੇ ਅਲੱਗ-ਅਲੱਗ ਬਿਮਾਰੀਆਂ ਜਿਹੜੀਆਂ ਹੋਈਆਂ ਲੋਕਾਂ ਨੂੰ ਉਹ ਠੀਕ ਹੋਈਆਂ। ਮਨਾਲੀ ਤੋਂ ਆਏ ਆ ਇੰਨੀ ਦੂਰੋਂ, ਉੱਥੇ ਹੋਰ ਵੀ ਬਹੁਤ ਸਾਰੇ ਹਸਪਤਾਲ ਆ, ਵੈਦ ਆ, ਉੱਥੇ ਕਿਉਂ ਨਹੀਂ ਤੁਸੀਂ ਗਏ, ਇੱਥੇ ਕਿਉਂ ਆਏ? ਬਹੁਤ ਜ਼ਿਆਦਾ ਪਹਿਲਾਂ ਇਲਾਜ ਕਰਾਇਆ ਸੀ ਜੀ। ਮੇਰੀ ਘਰ ਵਾਲੀ ਨੂੰ ਪਤਾ ਕਿਡਨੀ ਦੀ ਪ੍ਰੋਬਲਮ ਹੋ ਗਈ ਸੀ ਜੀ ਜੀ, ਤੇ ਕਿਡਨੀ ਤੋਂ ਬਾਅਦ ਫਿਰ ਉਹਦੇ ਦਿਮਾਗ 'ਚ ਵੀ ਕੁਝ ਫਰਕ ਪੈ ਗਿਆ ਸੀ ਜੀ, ਤੇ ਹੋਰ ਵੀ ਇਲਾਜ ਬਹੁਤ ਕਰਾਏ, ਨਹੀਂ ਇਲਾਜ ਕੋਈ ਫਰਕ ਨਹੀਂ ਪਿਆ। ਹੁਣ ਬਿਲਕੁਲ ਤੰਦਰੁਸਤ ਹੈ। ਹੁਣ ਤਾਂ ਉਹ ਖਾਣਾ ਵੀ ਬਣਾ ਲੈਂਦੇ ਆ, ਹਰ ਚੀਜ਼ ਕੰਮ ਆਪਣੇ ਹੱਥੀਂ ਕਰ ਲੈਂਦੇ ਸਾਰਾ ਹੀ। ਹੁਣ ਦਿਮਾਗ ਦੀ ਵੀ ਕਮਜ਼ੋਰੀ ਸਾਰੀ ਚਲ ਗਈ ਹੈ। बीपी हो गया, शुगर हो गया, थायराइड हो गया, स्लिप डिस्क हो गया, माइग्रेन पेन हो गया, एबडोमिनल डिसऑर्डर किसी भी तरह का हैगा, कॉन्स्टिपेशन नहीं कई लोगों की जाती हैगी है, तो उस तो बाद माइग्रेन पेन हो गया। मतलब ऐदा दियां बहुत सारिया बीमारियां है जिहड़ियां कि इस तेल नूं यूज़ करन दे नाल ठीक होईयां। मेरे घर वाली नूं शुगर की प्रॉब्लम सी, ਉਹਦੇ ਕਰਕੇ ਅਸੀਂ ਜਿਹੜਾ ਇਹ ਨਾਭੀ ਪੰਚਕਰਮਾ ਜਿਹੜਾ ਵਰਤਣਾ ਸ਼ੁਰੂ ਕੀਤਾ। ਕਮਜ਼ੋਰੀ ਦੇ ਕਰਕੇ ਸਿਰ ਦੇ ਵਾਲ ਜਿਹੜੇ ਉਹ ਸਾਰੇ ਝੜ ਗਏ ਸੀ, ਔਰ ਇਸ ਵੇਲੇ ਉਹਨਾਂ ਦੇ ਵਾਲ ਜਿਹੜੇ ਆ ਪੂਰੇ ਵਧੀਆ ਵਾਲ ਹੈ, ਪੂਰੇ ਮਤਲਬ ਗੁੱਤ ਬਣਦੀ ਹੈ। ਸਾਨੂੰ ਸ਼ੂਗਰ ਦੀ ਸਮੱਸਿਆ ਹੁੰਦੀ, ਥਾਇਰਾਇਡ ਦੀ ਹੁੰਦੀ, ਇੱਕ ਪੱਕੀ ਗੋਲੀ ਲੱਗ ਜਾਂਦੀ ਹੈ ਨਾ ਕਿ ਇਹ ਜਿਹੜਾ ਇਹਦਾ ਪ੍ਰੋਡਕਟ ਯੂਜ਼ ਕਰਨ ਦੇ ਨਾਲ ਉਹ ਗੋਲੀ ਜਿਹੜੀ ਛੁੱਟ ਸਕਦੀ ਹੈ। ਤੇ ਜਿਹੜੀ ਅੰਗਰੇਜ਼ੀ ਦਵਾਈ ਆ ਇਹ ਤਾਂ ਤੁਸੀਂ ਅੱਜ ਖਾਂਦੇ ਆ, 2 ਦਿਨ ਨਹੀਂ ਖਾਓਗੇ ਤਾਂ ਮੁੜ ਕੇ ਫਿਰ ਉਹੀ ਪ੍ਰੋਬਲਮ ਸ਼ੁਰੂ ਹੋ ਜੂਗੀ। ਤੇ ਪਰ ਮੈਨੂੰ ਹੁਣ ਜਿਸ ਤਰ੍ਹਾਂ ਜਦ ਦੀ ਮੈਂ ਗੋਲੀ ਛੱਡੀ ਆ, ਮੈਨੂੰ ਮੇਰਾ ਮੂੰਹ ਸੁੱਕਦਾ ਹੁੰਦਾ ਸੀ, ਗੱਲ ਨਹੀਂ ਸੀ ਕਰ ਹੁੰਦੀ ਹੈਗੀ, ਉਹ ਚੀਜ਼ਾਂ ਤਾਂ ਸਾਰੀਆਂ ਤੋਂ ਮੈਂ ਸਹੀ ਆ। ਤੇ ਮੇਰੇ ਕਮਰ 'ਚ ਦਰਦ ਰਹਿੰਦੀ ਸੀ, ਮੈਂ ਹਫ਼ਤੇ 'ਚ 2 ਵਾਰੀ 3 ਵਾਰੀ ਇੰਜੈਕਸ਼ਨ ਲਵਾਉਂਦਾ ਸੀਗਾ ਤੇ ਮੇਰੇ ਦਰਦ ਹੁੰਦੀ ਆ। ਹੁਣ ਮੈਨੂੰ ਮਹੀਨਾ ਹੀ ਹੋ ਗਿਆ ਤਕਰੀਬਨ, ਮੈਂ ਕਦੀ ਕੋਈ ਇੰਜੈਕਸ਼ਨ ਨਹੀਂ ਲਵਾਇਆ ਹੈਗਾ। ਅੱਜ ਹਿੰਦੁਸਤਾਨ ਦੇ ਵਿੱਚ ਵੈਸਟਰਨ ਕਲਚਰ ਨੇ ਘਰ ਕਰ ਲਿਆ ਹੋਇਆ ਜੀ, ਔਰ ਹਰ ਕੋਈ ਕਿਸੇ ਦੇ ਵੀ ਘਰ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਉਹ ਬਾਹਰ ਦਾ ਬਾਜ਼ਾਰੂ ਚੀਜ਼ਾਂ ਖਾਣ ਦੇ ਨਾਲ ਕਈ ਇਦਾਂ ਦੇ ਅਸੀਂ ਟੌਕਸਿਕ ਚੀਜ਼ਾਂ ਮਤਲਬ ਇਨਟੇਕ ਕਰ ਲੈਂਦੇ ਆ ਜਿਹਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ। ਦੇ ਨਾਲ ਅਸੀਂ ਇਦਾਂ ਦੇ ਰਿਜ਼ਲਟ ਲਏ ਹੈ ਕਿ ਬਿਮਾਰੀ ਜਿਹੜੀ ਹੈ ਉਹ ਜੜ ਤੋਂ ਖਤਮ ਹੋ ਜਾਂਦੀ ਹੈ ਜੀ। ਬਟ ਲੇਕਿਨ ਤਰੀਕਾ ਇੱਕ ਮੈਕੈਨਿਜ਼ਮ ਹੈ, ਅਗਰ ਅਸੀਂ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਸਟੱਡੀ ਕਰਕੇ ਸਮਝ ਲੈਂਦੇ ਹਾਂ ਤੇ ਨੇਚਰਲੀ ਗੱਲ ਹੈ ਕਿ ਬਿਮਾਰੀਆਂ ਬੜੀ ਤੇ ਬੜੀਆਂ ਬਿਮਾਰੀਆਂ ਨੇ ਜਿਹੜੀਆਂ ਹੈਗੀਆਂ ਉਹ ਠੀਕ ਹੋ ਜਾਂਦੀਆਂ। ਔਰ ਬਹੁਤ ਸਾਰੇ ਪੇਸ਼ੈਂਟ ਸਾਡੇ ਇੱਦਾਂ ਦੇ ਹੈ ਜਿਨ੍ਹਾਂ ਦੇ ਕੋਈ ਅਸੀਂ ਸੋਚ ਨਹੀਂ ਸਕਦੇ ਕਿ ਇਹਨਾਂ ਦੀ ਬਿਮਾਰੀ ਜਿਹੜੀ ਹੈ ਸਿਰਫ ਨਾਭੀ ਦੀ 2 ਬੂੰਦਾਂ ਪਾਣ ਦੇ ਨਾਲ ਠੀਕ ਹੋ ਸਕਦੀ। ਮੇਰੇ ਬ੍ਰਦਰ ਨੂੰ ਪ੍ਰੋਬਲਮ ਸੀਗੀ, ਨਿਊਜ਼ੀਲੈਂਡ ਆ, ਉਹਨਾਂ ਦੇ ਗਿਲਟੀਆਂ ਸੀ ਸਰੀਰ ਦੇ ਉੱਤੇ ਤੇ ਉਹਨਾਂ ਨੂੰ ਮੈਂ ਦੱਸਿਆ ਸੀ, ਉਹ ਕਹਿੰਦੇ ਮੈਨੂੰ ਦਵਾਈ ਲੈ ਕੇ ਭੇਜ। ਮੈਂ ਕਿਹਾ ਵੀ ਇੱਕ ਵਾਰੀ ਪਹਿਲਾਂ ਮੈਨੂੰ ਯੂਜ਼ ਕਰਕੇ ਦੇਖਣ ਦੇ, ਮੈਂ ਤੈਨੂੰ ਬਾਅਦ 'ਚ ਭੇਜੂੰਗਾ। ਤੇ ਫਿਰ ਮੈਨੂੰ ਫਰਕ ਲੱਗਾ ਤਾਂ ਫਿਰ ਮੈਂ ਉਹਨੂੰ 2 ਸ਼ੀਸ਼ੀਆਂ ਨਿਊਜ਼ੀਲੈਂਡ ਭੇਜੀਆਂ। ਸ਼ੂਗਰ ਦੀ ਪ੍ਰੋਬਲਮ ਦੇ ਕਾਰਨ ਮੈਨੂੰ ਕਮਰ 'ਚ ਦਰਦ ਰਹਿੰਦੀ ਸੀਗੀ, ਲੱਤਾਂ 'ਚ ਦਰਦ ਬਹੁਤ ਜ਼ਿਆਦਾ ਰਹਿੰਦੀ ਸੀਗੀ ਤੇ ਮੈਨੂੰ ਤਕਰੀਬਨ 2 ਮਹੀਨੇ ਹੋ ਗਏ ਇਹਨੂੰ ਵਰਤਦੇ ਨੂੰ ਤੇ ਮੈਨੂੰ ਕਾਫੀ ਫਰਕ ਹੈ ਚੀਜ਼ ਤੋਂ। ਜਿਹੜੇ ਜਾਣੀ ਪੇਨ ਕਿਲਰ ਲੈਂਦਾ ਸੀ ਮੈਂ ਉਹ ਵੀ ਬੰਦ ਕਰ ਦਿੱਤੀਆਂ ਆ ਤੇ 222 ਸ਼ੂਗਰ ਦੀ ਟੈਬਲੇਟ ਸੀ ਉਹ ਵੀ ਮੇਰੀ ਬੰਦ ਹੋ ਗਈ ਆ। ਮੈਨੂੰ ਹਫਤਾ ਹੋ ਗਿਆ ਵੀ ਦਵਾਈ ਨਹੀਂ ਮੈਂ ਖਾਂਦਾ, ਸ਼ੂਗਰ ਮੇਰੀ ਬਿਲਕੁਲ ਨੋਰਮਲ ਹੈ ਇਸ ਟਾਈਮ।
ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਸਨੈਨਾ। ਅੱਜ ਦੀ ਜ਼ਿੰਦਗੀ ਬੜੀ ਹੀ ਭੱਜ ਦੌੜ ਵਾਲੀ ਹੋ ਗਈ ਹੈ। ਜੇ ਆਪਾਂ ਘਰਾਂ ਦੀ ਗੱਲ ਕਰੀਏ ਤੇ ਘਰਾਂ ਦੇ ਵਿੱਚ ਹਰ ਇੱਕ ਇਨਸਾਨ ਕਿਤਨਾ ਕਿਤੇ ਬਿਮਾਰੀਆਂ ਦੇ ਨਾਲ ਜਕੜਿਆ ਹੋਇਆ ਹੈ। ਹਸਪਤਾਲਾਂ ਦੇ ਚੱਕਰ ਕੱਟ ਕੇ ਅੱਕ ਚੁੱਕਿਆ ਤੇ ਅੱਜ ਅਸੀਂ ਪਹੁੰਚੇ ਹਾਂ ਨਾਭੀ ਪੰਚਕਰਮਾ, ਜਿੱਥੇ ਤੇਲ ਦੀਆਂ 2 ਬੂੰਦਾਂ ਪਾਉਣ ਦੇ ਨਾਲ ਜਿਹੜਾ ਆ ਤੁਹਾਡੀ ਹਰ ਇੱਕ ਬਿਮਾਰੀ ਜਿਹੜੀ ਆ ਦੂਰ ਹੋ ਜਾਵੇਗੀ। ਤੇ ਅਸੀਂ ਬਹੁਤ ਸਾਰੇ ਲੋਕਾਂ ਦਾ ਰਿਵਿਊ ਵੀ ਲਿਆ, ਉਹਨਾਂ ਨੇ ਕਿਹਾ ਕਿ ਸਾਨੂੰ ਇੱਥੋਂ ਜਿਹੜਾ ਆ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ। ਸੋ ਆਪਾਂ ਦੇਖਾਂਗੇ ਕਿਸ ਤਰੀਕੇ ਦੇ ਨਾਲ ਜਿਹੜਾ ਨਾਭੀ ਦੇ ਵਿੱਚ 2 ਬੂੰਦਾਂ ਤੇਲ ਦੀਆਂ ਪਾਉਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਆਓ ਦੇਖਦੇ ਹਾਂ ਡਾਕਟਰ ਸਾਹਿਬ ਦਾ ਕੀ ਕਹਿਣਾ ਤੇ ਮਰੀਜ਼ਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਕਿੱਥੋਂ ਆਏ ਨੇ ਤੇ ਉਹਨਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੀ ਹੈ ਜਾਂ ਨਹੀਂ। ਆਓ ਗੱਲਬਾਤ ਕਰਦੇ ਹਾਂ। ਸੋ ਅਸੀਂ ਪਹੁੰਚ ਚੁੱਕੇ ਹਾਂ ਨਾਭੀ ਪੰਚਕਰਮਾ ਆਫਿਸ ਦੇ ਅੰਦਰ ਤੇ ਵਧੇਰੇ ਜਾਣਕਾਰੀ ਲਵਾਂਗੇ। ਸਾਡੇ ਨਾਲ ਮੌਜੂਦ ਹੈ ਜੇਟੀ ਬ੍ਰਦਰਸ ਦੇ ਡਾਇਰੈਕਟਰ ਡਾਕਟਰ ਵਿਕਰਮ ਸਿੰਘ। ਕੀ ਹਾਲ ਸਰ, ਠੀਕ ਹੋ? ਬੜੀ ਜੀ, ਫਸਟ ਕਲਾਸ ਜੀ। ਲੋਕਾਂ ਨੂੰ ਬੜੀ ਹੀ ਸੋਚਾਂ ਦੇ ਵਿੱਚ ਪਾਇਆ। ਲੋਕ ਵੀ ਹੈਰਾਨ ਆ ਕਿ ਆਖਿਰਕਾਰ ਤੇਲ ਦੀਆਂ 1-2 ਬੂੰਦਾਂ ਦੇ ਨਾਲ ਕਿਵੇਂ ਜਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਪੈ ਸਕਦਾ, ਕਿਉਂਕਿ ਲੋਕ ਜਿਹੜੇ ਹਸਪਤਾਲਾਂ ਦੇ ਚੱਕਰ ਕੱਟ ਕੇ ਥੱਕ ਚੁੱਕੇ ਆ ਤੇ ਡਾਕਟਰਾਂ ਦੇ ਵੱਲੋਂ ਵੀ ਜਵਾਬ ਦੇ ਦਿੱਤਾ ਜਾਂਦਾ ਹੈ। ਪਰ ਤੁਹਾਡੇ ਬਾਰੇ ਸੁਣਿਆ ਹੈ ਕਿ ਇੱਥੇ ਜਿਹੜਾ ਤੇਲ ਦੀਆਂ ਬੂੰਦਾਂ ਦੇ ਨਾਲ ਜਿਹੜਾ ਇਲਾਜ ਕੀਤਾ ਜਾਂਦਾ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਆਖਿਰਕਾਰ ਜਿਹੜਾ ਨਾਭੀ ਪੰਚਕਰਮਾ ਹੈ ਕੀ ਆ? ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜਾ ਕਿ ਤੁਸੀਂ ਸਾਡੇ ਇਸ ਆਫਿਸ ਦੇ ਵਿੱਚ ਵਿਜ਼ਿਟ ਕੀਤਾ ਹੈਗਾ ਜੀ। ਨਾਭੀ ਪੰਚਕਰਮਾ ਇੱਕ ਐਸੀ ਥੈਰੇਪੀ ਹੈ, ਇਹ ਸਾਡੇ ਪ੍ਰਾਚੀਨ ਰਿਸ਼ੀ ਮੁਨੀਆਂ ਔਰ ਆਯੁਰਵੇਦ ਦੇ ਵਿੱਚ ਔਰ ਯੋਗ ਦੇ ਵਿੱਚ ਜਿਹੜਾ ਕਿ ਨਾਭੀ ਦੇ ਉੱਤੇ ਫੋਕਸ ਕੀਤਾ ਜਾਂਦਾ ਜੀ। ਨਾਭੀ ਤੇ ਫੋਕਸ ਕਿਉਂ ਕੀਤਾ ਜਾਂਦਾ? ਕਿਉਂਕਿ ਪੁਰਾਣੇ ਬਜ਼ੁਰਗਾਂ ਦਾ ਮੰਨਣਾ ਹੈਗਾ ਔਰ ਆਯੁਰਵੇਦ ਦਾ ਮੰਨਣਾ ਹੈ, ਯੋਗ ਦਾ ਮੰਨਣਾ ਹੈ ਕਿ ਨਾਭੀ ਦੇ ਨਾਲ 72,000 ਨਸਾਂ ਜਿਹੜੀਆਂ ਕਿ ਸਿੱਧੀਆਂ ਜੁੜੀਆਂ ਹੋਈਆਂ। ਅੱਛਾ ਜੀ। ਔਰ ਅਗਰ ਅਸੀਂ ਨਾਭੀ ਦੇ ਵਿੱਚ ਅਲੱਗ-ਅਲੱਗ ਤੇਲ ਨੂੰ ਯੂਜ਼ ਕਰਦੇ ਹਾਂ ਤੇ ਯੂਜ਼ ਕਰਨ ਦੇ ਨਾਲ ਐਦਾਂ ਦੀਆਂ ਅਸਾਧੇ ਬਿਮਾਰੀਆਂ ਜਿਹੜੀਆਂ ਕਿ ਹੋਈਆਂ ਉਹ ਠੀਕ ਹੁੰਦੀਆਂ ਜੀ। ਤੇ ਇਹਦੇ ਕਰਕੇ ਅਸੀਂ ਇਹਦੇ ਵਿੱਚ ਨਾਭੀ ਪੰਚਕਰਮਾ ਦੇ ਵਿੱਚ 20 ਆਯੁਰਵੈਦਿਕ ਆਇਲ ਜਿਹੜੇ ਹੈ ਉਹ ਅਸੀਂ ਮਤਲਬ ਆਯੁਰਵੈਦਿਕ ਵਿਧੀ ਨਾਲ ਤਿਆਰ ਕਰਕੇ ਮਤਲਬ ਬਣਾਏ ਗਏ ਆ। ਤੇ ਇਹਦੇ ਨਾਲ ਸਾਨੂੰ ਬਹੁਤ ਸਾਰੇ ਜਿਹੜੇ ਪੇਸ਼ੈਂਟ ਹੈਗੇ ਮਤਲਬ ਤੇਲ ਪਾਣ ਦੇ ਨਾਲ ਠੀਕ ਹੋਏ ਆ ਜੀ। ਜੇ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਹੁੰਦੇ ਸੀਗੇ, ਦੇਸੀ ਤੇਲ ਹੁੰਦਾ ਧੁੰਨੀ ਤੇ ਲਾ ਲੈਂਦੇ ਸੀ, ਕੰਨਾਂ ਦੇ ਵਿੱਚ ਤੇਲ ਲਾਉਂਦੇ ਸੀ, ਨੱਕ ਤੇ ਲਾਉਂਦੇ ਸੀ ਕਿ ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ। ਤੇ ਹੁਣ ਜਿਹੜਾ ਨਾਭੀ ਪੰਚਕਰਮਾ ਤੇਲ ਆ, ਇਹਦਾ ਕੀ ਬੈਨੀਫਿਟ ਆ? ਨਾਭੀ ਪੰਚਕਰਮਾ ਦੇਖੋ ਜੀ, ਅਸੀਂ ਵੀ ਉਹੀ ਪੁਰਾਣੀ ਪੈਥੀ ਲਈ ਹੈ, ਪੁਰਾਣੇ ਬਜ਼ੁਰਗਾਂ ਦੀ ਜਿਹੜੀ ਨੇਚਰਲ ਦਾਤ ਹੈ ਉਹ ਅਸੀਂ ਮਤਲਬ ਉਸ ਚੀਜ਼ ਨੂੰ ਅਸੀਂ ਅੱਗੇ ਵਧਾਉਣ ਦਾ ਮਿਸ਼ਨ ਲਿਆ ਹੈ ਜੇਟੀ ਬ੍ਰਦਰਸ ਨੇ ਕਿ ਜਿਹੜੇ ਲੋਕੀ ਅਲੱਗ-ਅਲੱਗ ਬਿਮਾਰੀਆਂ ਤੋਂ ਪੀੜਤ ਹੈ ਔਰ ਬਹੁਤ ਸਾਰੀਆਂ ਦਵਾਈਆਂ ਖਾ ਕੇ ਵੀ ਠੀਕ ਨਹੀਂ ਹੋ ਰਹੇ ਹੈ, ਮਹਿੰਗੇ ਤੋਂ ਮਹਿੰਗੇ ਟੈਸਟ ਕਰਾ ਰਹੇ ਹੈ ਔਰ ਦਵਾਈਆਂ ਖਾਣ ਦੇ ਬਾਵਜੂਦ ਵੀ ਠੀਕ ਨਹੀਂ ਹੋ ਰਹੇ ਹੈਗੇ, ਤੇ ਉਹਨਾਂ ਨੂੰ ਠੀਕ ਕਰਨ ਦਾ ਸਾਡਾ ਇੱਕ ਮਿਸ਼ਨ ਹੈ। ਤੇ ਇਸ ਤੇਲਾਂ ਦਾ ਦੇਖੋ ਤੁਸੀਂ ਜਿੱਦਾਂ ਹੁਣ ਕੁਐਸਚਨ ਕੀਤਾ ਹੈਗਾ ਮੇਰੇ ਨਾਲ ਕਿ ਸਾਡੇ ਬਜ਼ੁਰਗ ਜਿਹੜੇ ਥੇ ਕਿ ਦੇਸੀ ਤੇਲ ਲਾਉਂਦੇ ਸੀਗੇ, ਦੇਸੀ ਤੇਲ ਲਾਉਣ ਦਾ ਵੀ ਇੱਕ ਰੀਜ਼ਨ ਸੀਗਾ, ਕਾਰਨ ਸੀਗਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਦੇਸੀ ਤੇਲ ਲਾਉਣ ਦੇ ਨਾਲ ਕਿ ਨਾਭੀ ਦੇ ਨਾਲ 72,000 ਨਸਾਂ ਜੁੜਨ ਦੇ ਨਾਲ ਉਹ ਸਰੀਰ ਦੇ ਅੰਦਰ ਕਿ ਉਹ ਜਿਹੜੇ ਤੇਲ ਹੈਗੇ ਉਹ ਕਈ ਬਿਮਾਰੀਆਂ ਨੂੰ ਜਿਹੜੇ ਠੀਕ ਕਰਦੇ ਹੈਗੇ। ਤੇ ਇਹਨਾਂ ਦਾ ਵੀ ਇਹੀ ਪ੍ਰੋਸੈਸ ਹੈ ਕਿ ਨਾਭੀ ਦੇ ਵਿੱਚ ਉਹ ਪਹਿਲਾਂ ਅਲੱਗ-ਅਲੱਗ ਤੇਲ ਲਾਉਂਦੇ ਸੀਗੇ ਅਲੱਗ-ਅਲੱਗ ਬਿਮਾਰੀ ਨੂੰ ਠੀਕ ਕਰਨ ਵਾਸਤੇ। ਆਯੁਰਵੇਦ ਔਰ ਯੋਗ ਦੇ ਵਿੱਚ ਵੀ ਜਿਹਨੂੰ ਅਸੀਂ ਪੰਚਕਰਮ ਕਹਿੰਦੇ ਆ। ਤੇ ਅਸੀਂ ਕੀ ਕੀਤਾ ਹੈਗਾ ਕਿ ਅਸੀਂ 20 ਤੇਲ ਜਿਹੜੇ ਆਯੁਰਵੈਦਿਕ ਵਿਧੀ ਨਾਲ ਤਿਆਰ ਕਰਕੇ ਛੋਟੀ ਸ਼ੀਸ਼ੀ ਬਣਾਤੀ ਹੈ ਤੇ ਜਿਹਦੇ ਨਾਲ ਕੀ ਪਾਣ ਦੇ ਨਾਲ ਕਈ ਮਰੀਜ਼ ਜਿਹੜੇ ਹੈਗੇ ਅਲੱਗ-ਅਲੱਗ ਬਿਮਾਰੀਆਂ ਜਿਹੜੀਆਂ ਹੋਈਆਂ ਲੋਕਾਂ ਨੂੰ ਉਹ ਠੀਕ ਹੋਈਆਂ। ਠੀਕ ਹੈ ਜੀ। ਅਲੱਗ-ਅਲੱਗ ਬਿਮਾਰੀਆਂ ਤੁਸੀਂ ਕਹਿ ਰਹੇ ਆ, ਆਪਾਂ ਦਰਸ਼ਕਾਂ ਨੂੰ ਵੀ ਦੱਸ ਦਈਏ, ਦਰਸ਼ਕ ਵੀ ਸਾਡੇ ਨਾਲ ਜੁੜੇ, ਕਿਹੜੀਆਂ ਬਿਮਾਰੀਆਂ ਬਰੀਫ ਦੇ ਵਿੱਚ ਜਰਾ ਦੱਸੋ ਜੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੇਖੋ, ਜੇ ਤਾਂ ਬਿਮਾਰੀਆਂ ਗਣਾਉਣ ਲੱਗੀ ਤਾਂ ਬਿਮਾਰੀਆਂ ਤਾਂ ਬਹੁਤ ਜ਼ਿਆਦਾ ਹੈ, ਲੇਕਿਨ ਫਿਰ ਵੀ ਜਿਹੜਾ ਸਾਡਾ ਨਾਭੀ ਪੰਚਕਰਮਾ ਜਿਹੜਾ ਤੇਲ ਹੈ ਇਹ ਯੂਜ਼ ਕਰਨੇ ਦੇ ਨਾਲ ਬਹੁਤ ਸਾਰੇ ਜਿਹੜੇ ਮਰੀਜ਼ ਠੀਕ ਹੋਏ ਆ। ਕਈ ਬਿਮਾਰੀਆਂ ਜਿਹਦੇ ਵਿੱਚ ਕਿ ਜਿੱਦਾਂ ਬੀਪੀ ਹੋ ਗਿਆ, ਸ਼ੂਗਰ ਹੋ ਗਿਆ, थायराइड हो गया, स्लिप डिस्क हो गया, माइग्रेन पेन हो गया, एबडोमिनल डिसऑर्डर किसी भी तरह का हैगा, कॉन्स्टिपेशन नहीं कई लोगों की जाती हैगी है, ते उस तो बाद माइग्रेन पेन हो गया। मतलब ऐदां दियां बहुत सारियां बीमारियां है जिहड़ियां कि इस तेल नूं यूज़ करन दे नाल ठीक होईयां जी। अजकल सर्वाइकल की भी प्रॉब्लम है, थायराइड की भी बहुत प्रॉब्लम है। छोटी उम्र जो बच्चों की गल करिए 18 साल की जो गल करिए उम्र टप जाती है तो उस तो बाद थायराइड का बड़ा शिकार हो जाते हैं, तो ਉਹਦੇ ਲਈ कुछ है राहत? देखो थायराइड की गल ਆਪਾਂ ਕਰੀਏ, देखो मैं ਤੁਹਾਡੇ ਨਾਲ ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹੁੰਦਾ ਹੈਗਾ, ਦੇਖੋ ਅੱਜ ਹਿੰਦੁਸਤਾਨ ਦੇ ਵਿੱਚ ਵੈਸਟਰਨ ਕਲਚਰ ਨੇ ਘਰ ਕਰ ਲਿਆ ਹੋਇਆ ਜੀ, ਔਰ ਹਰ ਕੋਈ ਕਿਸੇ ਦੇ ਵੀ ਘਰ ਦੇ ਵਿੱਚ ਜੇ ਅਗਰ ਦੇਖਿਆ ਜਾਵੇ ਤੇ ਉਹ ਬਾਹਰ ਦਾ ਬਾਜ਼ਾਰੂ ਚੀਜ਼ਾਂ ਖਾਣ ਦੇ ਨਾਲ ਕਈ ਇਦਾਂ ਦੇ ਅਸੀਂ ਟੌਕਸਿਕ ਚੀਜ਼ਾਂ ਮਤਲਬ ਇਨਟੇਕ ਕਰ ਲੈਂਦੇ ਆ ਜਿਹਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਨਾ ਤਾਂ ਕੋਈ ਸਾਡੀ ਇਹ ਦਵਾਈ ਨਹੀਂ ਹੈਗੀ, ਇਹ ਸਿਰਫ ਇੱਕ ਨਾ ਤਾਂ ਖਾਣ ਵਾਲੀ ਦਵਾਈ ਹੈ ਨਾ ਪੀਣ ਵਾਲੀ ਦਵਾਈ ਹੈ, ਇਹ ਸਿਰਫ ਨਾਭੀ ਚ ਲਾਉਣ ਵਾਲਾ ਤੇਲ ਹੈ ਜੋ ਸਾਡੇ ਪੁਰਾਣੇ ਬਜ਼ੁਰਗਾਂ ਦੀ ਦਿੱਤੀ ਹੋਈ ਦਾਤ ਹੈ। ਔਰ ਇਹਨੂੰ ਯੂਜ਼ ਕਰਨੇ ਦੇ ਨਾਲ ਥਾਇਰਾਇਡ ਤਾਂ ਛੱਡੋ ਹੋਰ ਪਤਾ ਨਹੀਂ ਜਿਹੜੀ
ਕਈ ਬਿਮਾਰੀਆਂ ਜਿਹੜੇ ਸਾਡੇ ਸਰੀਰ 'ਚ ਪਣਪਿਆ ਕਰਦੀਆਂ ਉਹਨੂੰ ਵੀ ਠੀਕ ਕਰਦੀਆਂ ਜੀ। ਸੋ ਡਾਕਟਰ ਸਾਹਿਬ ਨੇ ਕਿਹਾ ਕਿ ਨਾ ਹੀ ਖੁਰਾਕ ਦੀ ਜਿਹੜੀ ਲੋੜ ਪਵੇਗੀ, ਨਾ ਹੀ ਕਿਸੇ ਇੰਜੈਕਸ਼ਨ ਦੀ ਜਿਹੜੀ ਲੋੜ ਪਵੇਗੀ, ਸਿਰਫ ਨਾਭੀ ਦੇ ਵਿੱਚ ਮਤਲਬ ਧੁੰਨੀ ਦੇ ਵਿੱਚ ਤੁਹਾਨੂੰ 1 ਜਾਂ 2 ਬੂੰਦਾਂ ਪਾਉਣੀਆਂ ਪੈਣਗੀਆਂ ਤੇ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਸਮੱਸਿਆ ਹੋਣਗੀਆਂ ਜੜ੍ਹਾਂ ਤੋਂ ਖਤਮ ਹੋ ਜਾਵੇਗੀਆਂ। ਸੋ ਸਾਨੂੰ ਇਹ ਵੀ ਦੱਸੋ ਕਿ ਇਹਦੇ ਲਈ ਕਿੰਨਾ ਇੱਕ ਟਾਈਮ ਦਾ ਕੋਰਸ ਹੁੰਦਾ ਹੈ, ਕਿਉਂਕਿ ਡਾਕਟਰਾਂ ਦੇ ਕੋਲ ਜਾਂਦੇ ਆ, ਸਾਨੂੰ ਕੋਈ ਵੀ ਜਿਹੜੀ ਸਮੱਸਿਆ ਹੁੰਦੀ ਹੈ ਚੈੱਕਅਪ ਕਰਵਾਉਂਦੇ ਆ ਤੇ ਡਾਕਟਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇੰਨਾ ਜਿਹੜਾ ਤੁਹਾਨੂੰ ਕੋਰਸ ਕਰਨਾ ਪਵੇਗਾ ਇੰਨੇ ਮਹੀਨਿਆਂ ਦਾ, ਤੇ ਇਹਦੇ ਲਈ ਕਿੰਨੇ ਇੱਕ ਮਹੀਨਿਆਂ ਦਾ ਕੋਰਸ ਹੈ? ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਹੈ ਕਿ ਇਹ ਸਾਡੀ ਕੋਈ ਦਵਾਈ ਨਹੀਂ ਹੈਗੀ ਜੀ। ਇੱਕ ਸਿਰਫ ਤੇਲ ਹੈ ਜੀ। ਆਯੁਰਵੈਦਿਕ ਤੇਲ ਹੈ ਔਰ ਇਸ ਤੇਲ ਦੇ ਨਾਲ ਇਹਨੂੰ ਯੂਜ਼ ਕਰਨੇ ਦਾ ਤਰੀਕਾ 2 ਬੂੰਦਾਂ ਸਵੇਰੇ ਔਰ 2 ਰਾਤ ਨੂੰ ਨਾਭੀ ਦੇ ਵਿੱਚ ਪਾਣੀਆਂ, ਧੁੰਨੀ ਦੇ ਵਿੱਚ ਪਾਣੀਆਂ ਤੇ ਅੱਧਾ ਘੰਟਾ ਲੇਟਣਾ ਹੁੰਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਅਸੀਂ 3 ਤੋਂ 6 ਮਹੀਨੇ ਤੱਕ ਯੂਜ਼ ਕਰ ਸਕਦੇ ਹਾਂ। ਜੇ ਅਗਰ ਕੋਈ ਇਹਨੂੰ ਬਾਅਦ ਵਿੱਚ ਵੀ ਯੂਜ਼ ਕਰਦਾ ਹੈ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈ। ਜਿਸ ਤਰ੍ਹਾਂ ਹੁਣ ਅਸੀਂ ਆਪਣੀ ਭੁੱਖ ਮਿਟਾਉਣ ਵਾਸਤੇ ਰੋਟੀ ਖਾਂਦੇ ਹੈਗੇ ਤੇ ਸਾਰੀ ਉਮਰ ਹੀ ਖਾਂਦੇ ਹੈਗੇ ਸਰੀਰ ਨੂੰ ਚਲਾਉਣ ਵਾਸਤੇ, ਤੇ ਇਹ ਵੀ ਇੱਕ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਨੁਕਸਾਨ ਨਹੀਂ ਹੈਗਾ। ਔਰ ਇਹਨੂੰ ਜੇ ਅਗਰ ਅਸੀਂ ਠੀਕ ਹੋਣ ਤੇ ਬਾਅਦ ਵੀ ਯੂਜ਼ ਕਰੀਏ ਤੇ ਉਹਨੂੰ ਤਾਂ ਕੋਈ ਬੰਦੇ ਦੇ ਸਰੀਰ ਦੇ ਉੱਤੇ ਕੋਈ ਨੁਕਸਾਨ ਨਹੀਂ ਹੋਏਗਾ। ਔਰ ਦੂਸਰੀ ਗੱਲ, ਅਗਰ ਕੋਈ ਪੇਸ਼ੈਂਟ ਮਰੀਜ਼ ਹੈ ਔਰ ਕਾਫੀ ਸਮੇਂ ਤੋਂ ਲੰਬੀਆਂ ਦਵਾਈਆਂ ਖਾ ਰਿਹਾ ਤਾਂ ਉਹ ਇਮੀਡੀਏਟਲੀ ਦਵਾਈ ਬੰਦ ਨਾ ਕਰੇ, ਸਾਡਾ ਤੇਲ ਵੀ ਯੂਜ਼ ਕਰੇ ਔਰ ਦਵਾਈ ਵੀ ਨਾਲ ਖਾਂਦਾ ਰਹੇ ਜਿਹੜੀ ਕਿਸੇ ਵੀ ਡਾਕਟਰ ਨੇ ਉਹਨੂੰ ਪ੍ਰਿਸਕ੍ਰਾਈਬ ਕੀਤੀ ਹੋਈ ਹੈ। ਕਿਉਂਕਿ ਜਿਸ ਤਰ੍ਹਾਂ ਉਹਦਾ ਸਰੀਰ ਜਿਹੜਾ ਹੈਗਾ ਉਹ ਠੀਕ ਹੁੰਦਾ ਜਾਏਗਾ, ਇਮਿਊਨ ਸਿਸਟਮ ਉਹਦਾ ਸਟਰੋਂਗ ਹੁੰਦਾ ਜਾਏਗਾ। ਇਸ ਤੇਲ ਦਾ ਕੰਮ ਹੈਗਾ ਸਾਡੇ ਸਰੀਰ ਦੇ ਅੰਦਰ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ। ਔਰ ਜਿਸ ਟਾਈਮ ਸਾਡੇ ਸਰੀਰ ਦੇ ਅੰਦਰ ਰੋਗ ਪ੍ਰਤੀਰੋਧਕ ਸ਼ਕਤੀ ਜਿਹੜੀ ਵੱਧ ਜਾਂਦੀ ਹੈਗੀ, ਵਧਣ ਦੇ ਨਾਲ ਬਿਮਾਰੀ ਜਿਹੜੀ ਆਟੋਮੈਟਿਕਲੀ ਮਤਲਬ ਠੀਕ ਹੁੰਦੀ ਚੱਲ ਜਾਂਦੀ। ਔਰ ਜਿੱਦਾਂ ਜਿੱਦਾਂ ਉਹ ਬੰਦਾ ਠੀਕ ਹੁੰਦਾ ਜਾਂਦਾ ਹੈ ਤੇ ਉਹ ਜਿਹੜੀ ਹੈ ਕੋਈ ਵੀ ਮੈਡੀਸਨ ਖਾ ਰਿਹਾ ਉਸ ਮੈਡੀਸਨ ਦੀ ਡੋਜ਼ ਨੂੰ ਘੱਟ ਕਰ ਸਕਦਾ ਹੈ, ਇਮੀਡੀਏਟਲੀ ਬੰਦ ਨਾ ਕਰਿਓ। ਜੀ ਤੁਸੀਂ ਕਹਿੰਦੇ ਮੈਡੀਸਨ ਦੀ ਡੋਜ਼ ਤੋਂ ਘੱਟ ਕਰ ਸਕਦਾ। ਜਦੋਂ ਇਨਸਾਨ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ, ਥਾਇਰਾਇਡ ਦੀ ਹੁੰਦੀ, ਇੱਕ ਪੱਕੀ ਗੋਲੀ ਲੱਗ ਜਾਂਦੀ ਹੈ ਨਾ, ਕਿ ਇਹ ਜਿਹੜਾ ਇਹਦਾ ਪ੍ਰੋਡਕਟ ਯੂਜ਼ ਕਰਨ ਦੇ ਨਾਲ ਉਹ ਗੋਲੀ ਜਿਹੜੀ ਛੁੱਟ ਸਕਦੀ ਹੈ? ਬਿਲਕੁਲ ਜੀ, ਬਹੁਤ ਅੱਛੇ ਇਦਾਂ ਦੇ ਅਸੀਂ ਰਿਜ਼ਲਟ ਲਏ ਹੈਗੇ ਜਿਹਦੇ ਵਿੱਚ ਅੱਜ ਤੁਸੀਂ ਦੇਖਿਆ ਹੋਣਾ ਬਾਹਰ ਸਾਡੇ ਪੇਸ਼ੈਂਟ ਬੈਠੇ ਹੋਏ ਆ ਜਿਨ੍ਹਾਂ ਦੀ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਹੈਗੀ ਔਰ ਪਹਿਲਾਂ 1 ਗੋਲੀ ਖਾਂਦੇ ਸੀਗੇ, ਉਸ ਤੋਂ ਬਾਅਦ ਫਿਰ ਉਹ 2 ਗੋਲੀਆਂ ਹੋ ਗਈਆਂ ਸਵੇਰੇ ਔਰ ਸ਼ਾਮ। ਔਰ ਕੁਝ ਸਮੇਂ ਬਾਅਦ ਉਹਨਾਂ ਨੂੰ ਇਨਸੂਲਿਨ ਲੱਗਣੇ ਸ਼ੁਰੂ ਹੋ ਜਾਂਦੇ ਆ। ਇਨਸੂਲਿਨ ਲੱਗਣ ਦੇ ਬਾਅਦ ਸਾਡੇ ਕਿਡਨੀਆਂ ਤੇ ਵੀ ਫਰਕ ਪੈਣਾ ਸ਼ੁਰੂ ਹੋ ਜਾਂਦਾ। ਤੇ ਆ ਜਿਹੜੀ ਤੇਲ ਹੈਗਾ, ਇਸ ਤੇਲ ਨੂੰ ਯੂਜ਼ ਕਰਨੇ ਨਾਲ ਬਹੁਤ ਸਾਰੇ ਪੇਸ਼ੈਂਟ ਹੈ ਜਿਨ੍ਹਾਂ ਦੀ ਜਿਹੜੀ ਸ਼ੂਗਰ ਦੀ ਗੋਲੀ ਹੈ ਉਹ ਘਟੀ ਹੈ। 2 ਤੇ 1 ਆਈ ਹੈ, 1 ਦੇ ਬਾਅਦ ਫਿਰ ਉਹ ਟਾਮਾ ਵਿੱਚ ਬਿਰਲਾ ਖਾਣੀ ਸ਼ੁਰੂ ਕੀਤੀ ਹੈ। ਕਿ ਜਦੋਂ ਡੇਲੀ ਸ਼ੂਗਰ ਚੈੱਕ ਕਰਦਾ ਤਾਂ ਨਿਚਲੀ ਗੱਲ ਹੈ ਕਿ ਉਹਦੀ ਫਿਰ ਉਹ ਜਿਹੜੀ ਬਿਮਾਰੀ ਹੈ ਘਟਣੀ ਸ਼ੁਰੂ ਹੋਈ ਹੈ, ਨਾ ਕਿ ਵਧਣੀ ਸ਼ੁਰੂ ਹੋਈ ਹੈ। ਕਹਿ ਰਹੇ ਹੋ, ਦੱਸ ਦੋ ਕਿ ਗਾਰੰਟੀ ਪੂਰੀ ਦੇ ਰਹੇ ਹੋ, ਕਿਉਂਕਿ ਲੋਕਾਂ ਨੇ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਤੋਂ ਆਣਾ ਆ, ਸੋ ਗਾਰੰਟੀ ਦੋ ਲੋਕਾਂ ਨੂੰ, ਤਾਂ ਹੀ ਲੋਕ ਆਣਗੇ। ਦੇਖੋ ਜੀ, ਗਾਰੰਟੀ ਤਾਂ ਸਾਡੇ ਅਸੀਂ ਇਹਦੇ ਵਿੱਚ ਤੁਹਾਨੂੰ ਜੇ ਗਾਰੰਟੀ ਦੀ ਗੱਲ ਕਰੀਏ ਅਸੀਂ ਕੁਝ ਨਹੀਂ ਕਹਿਣਾ ਕਿ ਸਾਡੇ ਮਰੀਜ਼ ਬੋਲਦੇ ਆ ਸਾਡਾ ਕੰਮ ਬੋਲਦਾ। ਤੇ ਸਾਡੇ ਜਿਹੜੇ ਤੇਲ ਦਾ ਦੇਖੋ ਅਸੀਂ ਉਹ ਪ੍ਰੋਸੈਸ ਅਸੀਂ ਕੋਈ, ਮੈਂ ਤੁਹਾਨੂੰ ਪਹਿਲੇ ਵੀ ਦੱਸ ਕੇ ਹਟਿਆ ਵੀ ਅਸੀਂ ਕੋਈ ਦਵਾਈ ਨਹੀਂ ਲੈ ਕੇ ਚੱਲੇ ਹੋਏ ਆ। ਅਸੀਂ ਬਜ਼ੁਰਗਾਂ ਦੀ ਦਾਤ ਜਿਹੜੀ ਹੈਗੀ ਉਸ ਚੀਜ਼ ਨੂੰ ਅਸੀਂ ਪ੍ਰਮੋਟ ਕਰਦੇ ਪਏ ਆ। ਔਰ ਉਹਦੇ ਨਾਲ ਜੇ ਅਗਰ ਕੋਈ ਬੰਦਾ ਠੀਕ ਹੁੰਦਾ ਹੈ ਤਾਂ ਇਹਦੇ ਵਿੱਚ ਮਾੜੀ ਵੀ ਗੱਲ ਕੀ ਆ ਗਈ ਜੀ। ਤੁਸੀਂ ਕਹਿੰਦੇ ਮਰੀਜ਼ ਖੁਦ ਬੋਲਦੇ ਆ, ਮਰੀਜ਼ ਵੀ ਬਹੁਤ ਸਾਰੇ ਬੈਠੇ ਆ ਬਾਹਰ, ਸੁਣਿਆ ਸੀ ਦੂਰੋਂ ਮਰੀਜ਼ ਹੈ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਆਪਾਂ ਜੇ ਗੱਲ ਕਰੀਏ, ਬਹੁਤ ਸਾਰੇ ਅਜਿਹੇ ਵੀ ਲੋਕ ਆ ਜਿਨ੍ਹਾਂ ਦੇ ਮਨ ਦੇ ਵਿੱਚ ਕਿਤੇ ਹਜੇ ਵੀ ਡਰ ਹੈ ਕਿ ਇਦਾਂ ਕਿਵੇਂ ਹੋ ਸਕਦਾ, ਉਹਨਾਂ ਲੋਕਾਂ ਨੂੰ ਕਿਵੇਂ ਕੀ ਕਹਿ ਸਕਦੇ ਹੋ? ਦੇਖੋ ਇਸ ਤਰ੍ਹਾਂ ਹੈ, ਇਹ ਜਿਹੜੀਆਂ ਬਿਮਾਰੀਆਂ ਸਰੀਰ ਦੇ ਵਿੱਚ ਜਾਂ ਤਾਂ ਹੁਣ ਕੋਈ ਵੀ ਪੇਸ਼ੈਂਟ ਹੈਗਾ ਅਗਰ ਕੋਈ ਲੰਬੇ ਸਮੇਂ ਤੇ ਮੈਡੀਸਨ ਖਾ ਰਿਹਾ, ਜਾਂ ਤਾਂ ਕੋਈ ਕਹਿ ਦੇਵਾ ਵੀ ਮੈਂ ਠੀਕ ਆ ਜੀ, ਮੈਂ ਦਵਾਈ ਵੀ ਖਾ ਰਿਹਾ ਪਰ ਮੈਨੂੰ ਪਤਾ ਵੀ ਹੁਣ 2 ਮਹੀਨੇ ਬਾਅਦ ਮੇਰੀ ਦਵਾਈ ਬੰਦ ਹੋ ਜਾਣੀ ਜੀ, ਤਾਂ ਬਹੁਤ ਅੱਛੀ ਗੱਲ ਹੈ ਜੇ ਅਗਰ ਬੰਦ ਹੁੰਦੀ ਹੈ। ਪਰ ਲੇਕਿਨ ਸਾਡਾ ਜਿਹੜਾ ਸਿਸਟਮ ਹੈਗਾ ਉਹ ਸਿਸਟਮ ਇਦਾਂ ਦਾ ਹੈ ਕਿ ਇਹ ਜਿਹੜੇ ਸਾਡੇ ਤੇਲ ਹੈ, ਇਸ ਤੇਲ ਨੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਪਾਵਰ ਦੇਣੀ ਹੈ, ਵਧਾਉਣਾ ਹੈ ਜੀ। ਬਲੋਕੇਜ ਜਿਹੜੀ ਨਸਾਂ ਦੀ ਹੈ ਉਸ ਬਲੋਕੇਜ ਨੂੰ ਖੋਲਣਾ ਹੈ, ਜਿੱਥੇ ਬਲੱਡ ਔਰ ਆਕਸੀਜਨ ਦੀ ਸਪਲਾਈ ਨਹੀਂ ਪਹੁੰਚਦੀ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਜੀ। ਔਰ ਇਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਉਹ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹ ਮਤਲਬ ਅਗਰ ਤੁਸੀਂ ਕਹਿੰਦੇ ਹੋ ਵੀ ਮਤਲਬ ਪੇਸ਼ੈਂਟ ਜਿਹੜੇ ਹੈ ਉਹ ਮਤਲਬ ਠੀਕ ਹੁੰਦੇ ਆ ਜਾਂ ਨਹੀਂ ਹੁੰਦੇ, ਉਹ ਸਾਨੂੰ ਕਹਿਣ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਇੱਕ ਐਡੀਸ਼ਨਲ ਇੱਕ ਲੋਕਾਂ ਨੂੰ ਅੱਛੀ ਆਦਤ ਦੇ ਰਹੇ ਹਾਂ ਜਿਹੜੇ ਕਿ ਅਸੀਂ ਭੁੱਲ ਚੁੱਕੇ ਹਾਂ ਜੀ। ਜੀ ਇੱਕ ਸਵਾਲ ਮੈਂ ਹੋਰ ਕਰਾਂਗੇ, ਜਦੋਂ ਆਪਾਂ ਹਸਪਤਾਲ ਦੇ ਵਿੱਚ ਜਾਂਦੇ ਆ ਤੇ ਸਾਨੂੰ ਬਹੁਤ ਸਾਰੇ ਟੈਸਟ ਕਰਵਾਉਣੇ ਪੈਂਦੇ, ਤੁਹਾਡੇ ਕੋਲ ਆਉਣ ਦਾ ਕੀ ਪ੍ਰੋਸੈਸ ਹੈ? ਕਿ ਜਿਹੜੇ ਮਰੀਜ਼ਾਂ ਨੂੰ ਟੈਸਟ ਕਰਵਾ ਕੇ ਆਉਣਾ ਪਵੇਗਾ, ਕੀ ਪ੍ਰੋਸੈਸ ਹੈ? ਨਹੀਂ, ਇਸ ਤਰ੍ਹਾਂ ਕੁਝ ਨਹੀਂ ਹੈ। ਦੇਖੋ ਉਹਨਾਂ ਨੇ ਟੈਸਟ ਦਾ ਆਲਰੇਡੀ ਪੇਸ਼ੈਂਟ, ਅੱਜ ਕੱਲ ਕੋਈ ਵੀ ਇਦਾਂ ਦਾ ਮਰੀਜ਼ ਹੈ ਨਹੀਂ ਹੈ ਜਾਂ ਇਦਾਂ ਦਾ ਕੋਈ ਭਾਈ ਬੰਧੂ ਨਹੀਂ ਹੈ ਜਿਹੜਾ ਕਿ ਆਪਣੀ ਬੋਡੀ ਦਾ ਨੋਰਮਲ ਚੈੱਕਅਪ ਨਹੀਂ ਕਰਾਉਂਦਾ, ਤੇ ਸਾਰਿਆਂ ਨੇ ਟੈਸਟ ਕਰਾਏ ਹੁੰਦੇ ਆ। ਅਸੀਂ ਤਾਂ ਤੁਹਾਨੂੰ ਉਹਨਾਂ ਨੇ ਇਹ ਕਹਿੰਦੇ ਆ ਕਿ ਬਿਮਾਰੀ ਦੱਸੋ ਕਿਆ ਹੈਗੀ ਆ, ਉਹ ਟੈਸਟ ਜਿਹੜਾ ਅਗਰ ਕਿਸੇ ਨੇ ਕਰਾਇਆ ਵਾ, ਹਾਂ ਅਗਰ ਕਿਸੇ ਦੀ ਕੋਈ ਜ਼ਿਆਦਾ ਪ੍ਰੋਬਲਮ ਹੈਗੀ, ਕ੍ਰਿਟੀਕਲ ਕੰਡੀਸ਼ਨ ਹੈਗੀ ਹੈ ਤੇ ਉਹਦੇ ਆਪਾਂ ਟੈਸਟ ਉਹਨਾਂ ਨੂੰ ਰਿਕਮੈਂਡ ਕਰਦੇ ਹੈਗੇ। ਉਹਦੇ ਵਾਸਤੇ ਜੇ ਸਾਡਾ
WhatsApp ਨੰਬਰ ਜਿਹੜੇ ਹੈਗੇ ਆ ਸਕਰੀਨ ਤੇ ਚੱਲਦੇ ਆ, ਔਰ ਦੂਸਰਾ ਤੁਹਾਨੂੰ WhatsApp ਨੰਬਰ ਜਿਹੜਾ ਸਾਡਾ ਹੈਗਾ ਉਹ ਤੇ ਕੋਈ ਵੀ ਪੇਸ਼ੈਂਟ ਹੈਗਾ ਕਿਤੇ ਦਾ ਵੀ ਹੈਗਾ ਉਹ ਸਾਡੇ ਨਾਲ ਕੰਸਲਟੇਸ਼ਨ ਕਰ ਸਕਦਾ। ਕੰਸਲਟੇਸ਼ਨ ਦੀ ਕੋਈ ਫੀਸ ਨਹੀਂ ਹੈਗੀ, ਔਰ ਕੰਸਲਟੇਸ਼ਨ ਕਰਨ ਤੇ ਬਾਅਦ ਫਿਰ ਆਪਾਂ ਉਹਨਾਂ ਨੂੰ ਦੱਸਦੇ ਆ ਵੀ ਤੁਸੀਂ ਕਿਸ ਤਰੀਕੇ ਨਾਲ ਇਹ ਮੈਡੀਸਿਨ ਆਪਣਾ ਆਇਲ ਜਿਹੜਾ ਹੈਗਾ ਯੂਜ਼ ਕਰਨਾ ਹੈਗਾ। ਦਰਸ਼ਕਾਂ ਨੂੰ ਦਿਖਾ ਵੀ ਦਿੰਦੇ ਆ ਸ਼ੀਸ਼ੀ ਕਿਹੋ ਜੀ ਆ। ਹੈ ਜੀ ਨਾਭੀ ਪੰਚਕਰਮਾ ਜੀ ਠੀਕ ਹੈ ਜੀ ਜੀ ਔਰ ਇਹ ਨਾਭੀ ਪੰਚਕਰਮਾ ਦੇ ਵਿੱਚ 30 ml ਦੀ ਸ਼ੀਸ਼ੀ ਹੈ ਜੀ ਤੇ ਨਾਲ ਡ੍ਰੌਪਰ ਦਿੱਤਾ ਹੋਇਆ, ਵਿੱਚ ਇੱਕ ਲੀਫਲੇਟ ਹੈ ਠੀਕ ਹੈ ਜੀ ਔਰ ਉਸ ਲੀਫਲੇਟ ਦੇ ਵਿੱਚ ਦੱਸਿਆ ਗਿਆ ਹੈ ਵੀ ਕਿਸ ਤਰੀਕੇ ਨਾਲ ਮਤਲਬ ਆਪਾਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹਾਂ ਤਾਂ ਕਿ ਕਿਸੇ ਵੀ ਭਾਈ ਬੰਦੂ ਨੂੰ ਕੋਈ ਤਕਲੀਫ ਨਾ ਹੋਵੇ ਸਮਝਣ ਦੇ ਵਿੱਚ। ਅਗਰ ਕਿਸੇ ਨੂੰ ਨਹੀਂ ਵੀ ਸਮਝ ਆਉਂਦਾ ਹੈ ਤਾਂ ਉਹ ਜਿਹੜਾ ਹੈਗਾ ਸਾਡੇ ਫੋਨ ਰਾਹੀਂ ਜਿਹੜੇ ਸਾਡੇ ਨੰਬਰ ਦਿੱਤੇ ਹੋਏ ਉਹ ਤੇ ਕੰਸਲਟ ਸਾਡੇ ਨਾਲ ਕਰ ਸਕਦਾ ਹੈ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਜੀ ਸ਼ੀਸ਼ੀ ਆ ਕਿੰਨੀਆਂ ਬਿਮਾਰੀਆਂ ਨੂੰ ਜਿਹੜਾ ਦੂਰ ਕਰਦੀ ਹੈ। ਛੋਟੀ ਜਿਹੀ ਸ਼ੀਸ਼ੀ ਬਹੁਤ ਸਾਰੀਆਂ ਬਿਮਾਰੀਆਂ, ਜੇ ਸ਼ੂਗਰ ਦੀ ਗੱਲ ਕਰੀਏ, ਥਾਇਰਾਇਡ ਦੀ ਗੱਲ ਕਰੀਏ, ਕਿਉਂਕਿ ਲੋਕ ਛੋਟੀਆਂ ਜਿਹੜੀਆਂ ਬਿਮਾਰੀਆਂ ਦੇ ਨਾਲ ਜਕੜੇ ਹੋਏ ਆ, ਹਸਪਤਾਲਾਂ ਦਾ ਰੁਖ ਕਰਦੇ ਆ, ਕਈ ਪੈਸੇ ਵੀ ਜਿਹੜੇ ਆ ਬਰਬਾਦ ਕਰ ਲੈਂਦੇ ਤੇ ਲੋਕ ਇੰਨੇ ਅੱਕ ਜਾਂਦੇ ਆ, ਘਰਾਂ ਦੇ ਵਿੱਚ ਬੈਠ ਜਾਂਦੇ ਆ। ਪਰ ਇਹ ਛੋਟੀ ਜੀ ਸ਼ੀਸ਼ੀ ਜਿਹੜੀ ਆ ਕਮਾਲ ਕਰਦੀ ਹੈ। ਸੋ 1-2 ਬੂੰਦ ਜਿਹੜੀ ਡਾਕਟਰ ਸਾਹਿਬ ਨੇ ਕਿਹਾ ਕਿ 1-2 ਬੂੰਦ ਜਿਹੜੀ ਤੁਹਾਨੂੰ ਨਾਭੀ ਦੇ ਵਿੱਚ ਪਾਉਣੀ ਪਵੇਗੀ ਤੇ ਤੁਹਾਡਾ ਰੋਗ ਕੀ ਕਹਿੰਦੇ ਹੋ ਕਿ ਜੜ ਤੋਂ ਖਤਮ ਹੋ ਜਾਏਗਾ ਕਿ ਥੋੜੇ ਸਮੇਂ ਤੱਕ ਜਿਹੜਾ ਫਰਕ ਪਵੇਗਾ? ਦੇਖੋ ਇਸ ਤਰ੍ਹਾਂ ਹੈ, ਇਹਦੇ ਨਾਲ ਅਸੀਂ ਇਦਾਂ ਦੇ ਰਿਜ਼ਲਟ ਲਏ ਹੈ ਕਿ ਬਿਮਾਰੀ ਜਿਹੜੀ ਹੈ ਉਹ ਜੜ ਤੋਂ ਖਤਮ ਹੋ ਜਾਂਦੀ ਹੈ ਜੀ। ਬਟ ਲੇਕਿਨ ਮੈਂ ਤੁਹਾਡੇ ਨਾਲ ਇਹੀ ਬਾਰ-ਬਾਰ ਕਹਿ ਰਿਹਾ ਕਿ ਦੇਖੋ ਇਸ ਜਿਹੜੀ ਅਸੀਂ ਚੀਜ਼ ਤੁਹਾਨੂੰ ਦੱਸ ਰਹੇ ਹਾਂ ਨਾ ਉਹਦਾ ਮੈਕੈਨਿਜ਼ਮ ਜਿਹੜਾ ਹੈਗਾ ਜੀ ਉਸ ਮੈਕੈਨਿਜ਼ਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖੋ ਕਿੰਨੀਆਂ ਦਵਾਈਆਂ ਅੰਗਰੇਜ਼ੀ ਖਾਇਆ ਕਰਦੇ ਜਾਂ ਮਤਲਬ ਆਪਣੇ ਸਰੀਰ ਤੇ ਕਿੰਨੀਆਂ ਜਿਹੜਾ ਸ਼ੂਗਰ ਹੈ ਉਹ ਹਰ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਸ਼ੂਗਰ ਵਾਲਾ ਹੈਗਾ ਹੈ। ਸ਼ੂਗਰ ਹੋਈ ਕਿਉਂ ਹੈ? ਪਹਿਲਾ ਕੁਐਸਚਨ ਹੈ ਸ਼ੂਗਰ ਹੋਈ ਕਿਉਂ ਜੀ ਔਰ ਉਹਨੂੰ ਰੋਕਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ? ਇੱਕ ਮੈਕੈਨਿਜ਼ਮ ਹੈ ਜੀ ਔਰ ਜਿਹੜਾ ਇਹ ਸਿਸਟਮ ਹੈ ਤੁਹਾਨੂੰ ਦੱਸਿਆ ਕਿ ਨਾਭੀ ਰਾਹੀਂ ਜੀ ਆਪਣੀ ਨਾਭੀ ਦੇ ਵਿੱਚ ਤੇਲ ਪਾਣ ਦੇ ਨਾਲ ਇਹ ਬਿਮਾਰੀਆਂ ਜਿਹੜੀ ਤੁਹਾਨੂੰ ਦੱਸੀਆਂ ਉਹ ਸਾਰੀ ਠੀਕ ਹੁੰਦੀਆਂ ਤਾਂ ਠੀਕ ਕਿੱਦਾਂ ਹੁੰਦੀਆਂ? ਜੀ ਤਰੀਕਾ ਹੈ, ਇੱਕ ਮੈਕੈਨਿਜ਼ਮ ਹੈ। ਅਗਰ ਅਸੀਂ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਸਟੱਡੀ ਕਰਕੇ ਸਮਝ ਲੈਂਦੇ ਆ ਤੇ ਨੇਚਰਲੀ ਗੱਲ ਹੈ ਕਿ ਬਿਮਾਰੀਆਂ ਬੜੀਆਂ ਬਿਮਾਰੀਆਂ ਵੀ ਜਿਹੜੀਆਂ ਹੈਗੀਆਂ ਉਹ ਠੀਕ ਹੋ ਜਾਂਦੀਆਂ। ਔਰ ਬਹੁਤ ਸਾਰੇ ਪੇਸ਼ੈਂਟ ਸਾਡੇ ਇਦਾਂ ਦੇ ਹੈ ਜਿਨ੍ਹਾਂ ਦੇ ਕੋਈ ਅਸੀਂ ਸੋਚ ਨਹੀਂ ਸਕਦੇ ਕਿ ਇਹਨਾਂ ਦੀ ਬਿਮਾਰੀ ਜਿਹੜੀ ਹੈ ਸਿਰਫ ਨਾਭੀ ਦੀ 2 ਬੂੰਦਾਂ ਪਾਣ ਦੇ ਨਾਲ ਠੀਕ ਹੋ ਸਕਦੀ ਹੈ। ਜੀ ਜੇ ਮੈਂ ਗੱਲ ਕਰਾਂ ਕਿ ਕਿੰਨੇ ਕੁ ਜਿਹੜੇ ਲੋਕ ਆ ਮਰੀਜ਼ ਆ ਜਿਹੜੇ ਇੱਕੋ ਹੀ ਬਿਮਾਰੀ ਦੇ ਨਾਲ ਜਕੜਿਆ, ਜ਼ਿਆਦਾ ਬਿਮਾਰੀ ਕਿਹੜੇ ਵਾਲੇ ਲੋਕ ਜਿਹੜੇ ਇੱਥੇ ਆਏ ਆ? ਦੇਖੋ ਸਾਡੇ ਕੋਲ ਤਾਂ ਵੈਸੇ ਮੈਕਸਿਮਮ ਸਾਰੇ ਜਿਹੜਾ ਬੰਦਾ ਥੱਕ ਜਾਂਦਾ, ਅੱਕ ਜਾਂਦਾ, ਮਤਲਬ ਹਾਰ ਜਾਂਦਾ ਆਪਣੀ ਲਾਈਫ ਤੋਂ, ਦਵਾਈਆਂ ਖਾ ਕੇ ਵੀ ਨਹੀਂ ਠੀਕ ਹੋ ਰਿਹਾ ਔਰ ਅਲਟਰਾਸਾਊਂਡ ਵਗੈਰਾ ਹੋਰ ਪਤਾ ਨਹੀਂ ਕਿੰਨੀਆਂ ਮਹਿੰਗੇ ਟੈਸਟ ਕਰਵਾਉਣ ਦੇ ਬਾਅਦ ਵੀ ਠੀਕ ਨਹੀਂ ਹੋ ਰਿਹਾ, ਉਹ ਬੰਦਾ ਫਿਰ ਸਾਰੇ ਪਾਸੇ ਕਿਤੇ ਟਰਾਈ ਮਾਰ ਕੇ ਫਿਰ ਉਸ ਤੋਂ ਬਾਅਦ ਕਹਿੰਦਾ ਚਲੋ ਠੀਕ ਹੈ ਯਾਰ ਇਹ ਵੀ ਯੂਜ਼ ਕਰ ਲੈਂਦੇ ਆ। ਔਰ ਇਹ ਯੂਜ਼ ਕਰਨ ਦੇ ਨਾਲ ਜਦੋਂ ਪੇਸ਼ੈਂਟ ਠੀਕ ਹੋ ਜਾਂਦਾ ਤਾਂ ਉਹ ਆਪਣੇ ਆਪ ਹੀ ਮਤਲਬ ਹੋਰ ਕਈ ਨੀਅਰ ਐਂਡ ਡੀਅਰ ਨੂੰ ਦੱਸਣਾ ਸ਼ੁਰੂ ਕਰ ਦਿੰਦਾ ਕਿ ਠੀਕ ਹੈ ਜੀ ਸਾਨੂੰ ਇੱਥੇ ਆਰਾਮ ਆਇਆ। ਤੇ ਐਦਾਂ ਦੀਆਂ ਬਿਮਾਰੀਆਂ ਤਾਂ ਵੈਸੇ ਬਹੁਤ ਹੈ, ਲੇਕਿਨ ਜਿਹੜਾ ਬੇਸਿਕਲੀ ਸਾਡੀ ਬਿਮਾਰੀ ਦੇ ਉੱਤੇ ਕੰਮ ਕਰ ਰਿਹਾ ਬੀਪੀ ਔਰ ਸ਼ੂਗਰ, ਥਾਇਰਾਇਡ ਹੋ ਗਿਆ ਔਰ ਸਰਵਾਈਕਲ ਦੇ ਇਦਾਂ ਦੇ ਕਾਫੀ ਪੇਸ਼ੈਂਟ ਹੈ। ਇੱਕ ਮੈਂ ਹੁਣ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ, ਸਾਡਾ ਇੱਕ ਮਨਾਲੀ ਦਾ ਪੇਸ਼ੈਂਟ ਹੈ ਜੀ ਜਿਹਨਾਂ ਕੀ ਮਤਲਬ ਕਿਡਨੀਆਂ ਦੀ ਪ੍ਰੋਬਲਮ ਸੀਗੀ, ਕ੍ਰੀਟਨਾਈਨ ਬਹੁਤ ਜ਼ਿਆਦਾ ਉਹਦਾ ਵੱਧ ਚੁੱਕਿਆ ਸੀਗਾ ਔਰ ਉਹਦੀ ਵੀ ਅਸੀਂ ਪਿੱਛੇ ਜੀ ਗਏ ਤੇ ਉਹਨਾਂ ਕੋਲ ਸਾਰਾ ਉਹਨਾਂ ਚੈੱਕਅਪ ਵਗੈਰਾ ਕੀਤਾ ਤੇ ਉਹਨਾਂ ਦੀ ਜਿਹੜੀ ਰਿਪੋਰਟਾਂ ਗਈਆਂ ਜੀ ਉਹ ਦਿਨ ਪਰ ਦਿਨ ਉਹਦੀ ਜਿਹੜੀ ਹੈ ਰਿਪੋਰਟ ਜਿਹੜੀ ਆ ਉਹ ਘਟਦੀ ਚਲੀ ਗਈ, ਉਹਦੀ ਜਿਹੜਾ ਕ੍ਰੀਟਨਾਈਨ ਉਹ ਘਟਦਾ ਚਲਾ ਗਿਆ। ਹਾਰਡਲੀ 2 ਜਾਂ 3 ਮਹੀਨੇ ਦੇ ਵਿੱਚ ਕ੍ਰੀਟਨਾਈਨ ਜਿਹੜਾ ਉਹਨਾਂ ਦਾ ਨਾਰਮਲ ਪੋਜੀਸ਼ਨ ਦੇ ਵਿੱਚ ਆਇਆ। ਵਿਦ ਰਿਪੋਰਟਸ ਅਸੀਂ ਗੱਲ ਕਰਦੇ ਹਾਂ, ਹਵਾ ਦੇ ਵਿੱਚ ਕੋਈ ਗੱਲ ਨਹੀਂ ਹੈਗੀ। ਤੇ ਉਹ ਜਿੱਦਾਂ ਦੇ ਅਗਰ ਐਦਾਂ ਦੇ ਪੇਸ਼ੈਂਟ ਬਿਨਾਂ ਦਵਾਈ ਤੋਂ ਠੀਕ ਹੋਇਆ ਕਰਦੇ ਤਾਂ ਇਹ ਤਾਂ ਬੜੀ ਹੋਰ ਕੀ ਗੱਲ ਹੈ ਜੀ। ਜੀ ਬਹੁਤ ਸਾਰੇ ਲੋਕਾਂ ਨੇ ਇਹ ਵੀਡੀਓ ਦੇਖ ਕੇ ਵੀ ਆਉਣਾ ਹੈ, ਮਨ ਦੇ ਵਿੱਚ ਕਈ ਸਵਾਲ ਵੀ ਹੋਣਗੇ ਕਿਉਂਕਿ ਦਵਾਈਆਂ ਲੋਕ ਖਾਂਦੇ ਆ, ਕਦੀ ਵੇਲੇ ਸਾਈਡ ਇਫੈਕਟ ਕਰ ਜਾਂਦੀ ਆ, ਇਹ ਤਾਂ ਨਹੀਂ ਉਹ ਜੇ ਕੋਈ ਚੱਕਰ ਪਾਉਂਗੀ? ਦੇਖੋ ਜੀ ਇਸ ਤਰ੍ਹਾਂ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਸ ਤੇਲ ਦਾ ਕੋਈ ਵੀ ਨੁਕਸਾਨ ਨਹੀਂ ਹੈ ਕਿਉਂਕਿ ਆਯੁਰਵੈਦਿਕ ਵਿਧੀ ਦੇ ਨਾਲ ਤਿਆਰ ਕੀਤਾ ਗਿਆ ਹੈ। ਬਟ ਲੇਕਿਨ ਜਿਸ ਕਿਸੇ ਨੇ ਵੀ ਇਹ ਤੇਲ ਸਾਡਾ ਯੂਜ਼ ਕਰਨਾ ਹੈਗਾ ਵਿਦਆਊਟ ਕੰਸਲਟੇਸ਼ਨ ਦੇ ਬਗੈਰ ਨਾ ਸ਼ੁਰੂ ਕਰੇ, ਕਿਉਂਕਿ ਹਰ ਇੱਕ ਬੰਦੇ ਦਾ ਜਿਹੜਾ ਬੋਡੀ ਸਟਰਕਚਰ ਹੈ, ਬੋਡੀ ਲੈਂਗੁਏਜ ਹੈ ਉਹ ਅਲੱਗ-ਅਲੱਗ ਹੈ। ਇਸ ਕਰਕੇ ਤੁਸੀਂ ਇਸ ਨੂੰ ਮਤਲਬ ਬਿਨਾਂ ਕੰਸਲਟੇਸ਼ਨ ਤੇ ਸਟਾਰਟ ਨਾ ਕਰਿਓ, ਕੰਸਲਟੇਸ਼ਨ ਜ਼ਰੂਰ ਕਰਵਾਇਓ ਤਾਂ ਕਿ ਤੁਹਾਨੂੰ ਜੇਕਰ ਤੁਸੀਂ ਵਧੀਆ ਰਿਜ਼ਲਟ ਲੈਣੇ ਆ ਉਹ ਠੀਕ ਹੋਣਾ ਹੈ ਜੀ। ਸੋ ਡਾਕਟਰ ਸਾਹਿਬ ਨੇ ਤਾਂ ਵਧੇਰੇ ਜਾਣਕਾਰੀ ਦੇ ਦਿੱਤੀ ਕਿ ਇਹ ਇਲਾਜ ਤੁਹਾਡੇ ਲਈ ਇਸ ਜਿਹੜਾ ਤੇਲ ਆ ਇਹਨਾਂ ਇਲਾਜ ਤੁਹਾਡਾ ਬਿਹਤਰ ਹੋਵੇਗਾ, ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਦੂਰ ਹੋਣਗੀਆਂ। ਸੋ ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਕਿਉਂਕਿ NRI ਦਰਸ਼ਕ ਵੀ ਸਾਡੇ ਨਾਲ ਜੁੜੇ ਹੋਣਗੇ, ਉਹਨਾਂ ਤੱਕ ਕਿਵੇਂ ਅਸੀਂ ਦਵਾਈ ਜਿਹੜੀ ਪਹੁੰਚਾ ਸਕਦੇ ਆ, ਵੀਡੀਓ ਦੇਖਦੇ ਹੋਣਗੇ, ਕਿਵੇਂ ਸੰਭਵ ਹੋ ਸਕੇਗਾ?
ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ, ਦੇਖੋ ਜੀ, ਅਗਰ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਹੋ ਤੇ ਤੁਸੀਂ ਇੱਕ ਨੇਚਰਲਪੈਥੀ ਨੂੰ ਜ਼ਰੂਰ ਅਪਣਾਓ, ਵੈਸਟਰਨ ਕਲਚਰ ਨੂੰ ਥੋੜਾ ਘਟਾ ਦਿਓ। ਜੀ ਅਗਰ ਛੱਡ ਸਕਦੇ ਹੋ ਤਾਂ ਇਹਦੇ ਵਧੀਆ ਤਾਂ ਹੋਰ ਕੋਈ ਗੱਲ ਹੀ ਨਹੀਂ ਹੈ। ਜੀ ਵੈਸਟਰਨ ਕਲਚਰ ਨੂੰ ਛੱਡ ਕੇ ਨੇਚਰਲਪੈਥੀ ਨੂੰ ਤੁਸੀਂ ਅਪਣਾਓ। ਜੀ ਨੇਚਰਲਪੈਥੀ ਨੂੰ ਅਪਣਾਉਣ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜੇ ਕਿ ਸਾਡੇ ਇਸ ਸੈਂਟਰ ਦੇ ਵਿੱਚ ਲੇਡੀਜ਼ ਡਾਕਟਰ ਵੀ ਅਵੇਲੇਬਲ ਨੇ ਜੀ, ਉਹਨਾਂ ਦੇ ਨਾਲ ਵੀ ਅਗਰ ਕੋਈ ਲੇਡੀਜ਼ ਡਿਸਕਸ ਕਰਨਾ ਚਾਹੁੰਦੀ ਹੈ ਤਾਂ ਉਹ ਵੀ ਡਿਸਕਸ ਕਰ ਸਕਦੀ ਹੈ। ਜੀ। ਤੇ ਆਪਣੇ ਇਹਦੇ ਵਿੱਚ ਜਿਹੜੇ ਨੰਬਰ ਦਿੱਤੇ ਹੈ ਤੇ ਸਾਡੀ ਜਿਹੜਾ ਹੈ ਸ਼ੀਸ਼ੀ ਹੈ ਜੀ। ਆਲਰੇਡੀ ਫੋਰਨ ਕੰਟਰੀਆਂ ਦੇ ਵਿੱਚ ਜਾ ਰਹੇ ਹੈ। ਜਿੱਦਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਹੈ ਔਰ ਉਹਨਾਂ ਦੇ ਰਿਲੇਟਿਵ ਜਿਹੜੇ ਆ ਬਾਹਰ ਰਹਿੰਦੇ ਆ ਜੀ ਬਿਲਕੁਲ। ਔਰ ਉਹ ਠੀਕ ਜਿਸਲੇ ਉਹਨਾਂ ਨੂੰ ਆਰਾਮ ਆਉਂਦਾ ਹੈਗਾ ਤਾਂ ਉਹ ਬਾਹਰ ਤੇ ਵੀ ਸਾਡੇ ਕੋਲੋਂ ਇਹ ਜਿਹੜੇ ਪ੍ਰੋਡਕਟ ਹੈ ਬਾਈ ਕੋਰੀਅਰ ਰਾਹੀਂ ਜਿਹੜੇ ਆ ਮੰਗਵਾ ਰਹੇ ਹੈਗੇ ਜੀ। ਔਰ ਉਹਨਾਂ ਨੂੰ ਵੀ ਕਾਫੀ ਅੱਛਾ ਰਿਜ਼ਲਟ ਜਿਹੜਾ ਹੈਗਾ ਆਇਆ ਜੀ। ਸੋ ਮੈਂ ਕਹਿੰਦੀ ਹਾਂ ਕਿ ਇੱਕ ਵਾਰ ਜਿਹੜੇ ਦਰਸ਼ਕਾਂ ਨੂੰ ਐਗਜ਼ੈਕਟ ਐਡਰੈਸ ਵੀ ਦੱਸ ਦਈਏ ਤਾਂ ਜੋ ਐਡਰੈਸ ਦੇਖ ਕੇ ਜਾਂ ਸੰਪਰਕ ਕਰਕੇ ਤੁਹਾਡੇ ਕੋਲ ਆਣ। ਤਹਿਸੀਲ ਫਲੋਰ, ਵਿਲੇਜ ਗੜਾ, ਅੰਗੂਰਾਂ ਵਾਲੀ ਕਲੋਨੀ, ਨੀਅਰ ਜਿੰਦਲ ਪੰਪ ਦੇ ਕੋਲ ਆਪਣਾ ਨਾਭੀ ਪੰਚਕਰਮਾ ਦਾ ਸੈਂਟਰ ਹੈ ਤੇ ਉੱਥੇ ਕੋਈ ਵੀ ਪੇਸ਼ੈਂਟ ਅਗਰ ਆਉਣਾ ਚਾਹੁੰਦਾ ਹੈ ਤਾਂ ਆ ਸਕਦਾ ਹੈ, ਵਿਜ਼ਿਟ ਕਰ ਸਕਦਾ ਹੈ। ਤੇ ਆਪਣੇ ਜਿਹੜੇ ਇੱਥੇ ਦੇ ਮੋਬਾਈਲ ਨੰਬਰ ਹੈ, ਮੋਬਾਈਲ ਨੰਬਰ ਹੈਗੇ ਆਪਣੇ 98150 14540, 98151 14540। ਇਹ ਤੇ ਇਸ ਨੰਬਰਾਂ ਤੇ ਕੰਸਲਟ ਵੀ ਕਰ ਸਕਦਾ ਹੈ ਤੇ ਕੰਸਲਟ ਕਰਕੇ ਵਿਜ਼ਿਟ ਵੀ ਕਰ ਸਕਦਾ ਜੀ। ਸੋ ਇਹ ਸੀ ਡਾਕਟਰ ਵਿਕਰਮ ਸਿੰਘ ਜਿਨ੍ਹਾਂ ਨੇ ਬਹੁਤ ਜਾਣਕਾਰੀ ਦਿੱਤੀ ਨਾਭੀ ਪੰਚਕਰਮਾ ਜਿਹੜਾ ਕਿਵੇਂ ਕੰਮ ਕਰਦਾ ਹੈ, ਕਿਵੇਂ ਜਿਹੜਾ ਆ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਂਦਾ। ਤੇ ਹੁਣ ਇਹਨਾਂ ਨੂੰ ਤਾਂ ਦੱਸਤਾ, ਆਪਾਂ ਹੁਣ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਦੂਰੋਂ ਦੂਰੋਂ ਮਰੀਜ਼ ਆਇਆ, ਦੇਖਾਂਗੇ ਕਿੰਨੀ ਕੁ ਸੱਚਾਈ ਹੈ ਜਿਹੜੀ ਇਹਨਾਂ ਦੇ ਗੱਲਾਂ ਦੇ ਵਿੱਚ, ਕਿਉਂਕਿ ਅਕਸਰ ਇਸੀ ਵੀਡੀਓ ਵੀ ਇਹਨਾਂ ਦੀ ਕਾਫੀ ਦੇਖੀਆਂ ਤੇ ਕਾਫੀ ਜਿਹੜੀਆਂ ਵੀਡੀਓਜ਼ ਨੂੰ ਲੋਕਾਂ ਦੇ ਵੱਲੋਂ ਪਿਆਰ ਦਿੱਤਾ ਜਾਂਦਾ। ਤੇ ਹੁਣ ਆਪਾਂ ਮਰੀਜ਼ਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿੰਨੀ ਕੁ ਇਹਨਾਂ ਦੀਆਂ ਗੱਲਾਂ ਦੇ ਵਿੱਚ ਸੱਚਾਈ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਨਾਮ ਤੁਹਾਡਾ? ਗੁਰਦੀਪ ਸਿੰਘ ਜੀ। ਜੀ ਕਿੱਥੋਂ ਆਏ ਹੋ ਤੁਸੀਂ? ਅਸੀਂ ਆਏ ਜੀ ਹੁਸ਼ਿਆਰਪੁਰ ਜ਼ਿਲ੍ਹਾ ਸਾਡਾ ਜੀ। ਅੱਛਾ ਜੀ, ਹੁਸ਼ਿਆਰਪੁਰ ਤੋਂ ਆਏ ਹੋ, ਦੂਰੋਂ ਆਏ ਹੋ, ਕੀ ਆਸ ਲੈ ਕੇ ਆਏ ਹੋ? ਕੋਈ ਫਾਇਦਾ ਵੀ ਹੋਇਆ ਇੱਥੇ ਆਉਣ ਦਾ? ਇੱਥੇ ਆਉਣ ਦਾ ਫਾਇਦਾ ਹੋਇਆ ਜੀ, ਮੈਂ ਨਾਭੀ ਪੰਚਕਰਮਾ ਨੂੰ ਵਰਤ ਕੇ ਦੇਖਿਆ ਤੇਲ। ਜੀ ਮੇਰੇ ਦਰਦਾਂ ਸੀ 8-10 ਸਾਲ ਪੁਰਾਣੀਆਂ, ਜੀ ਉਹ ਠੀਕ ਹੋਈਆਂ। ਮੇਰੇ ਸਰਵਾਈਕਲ ਸੀਗੀ ਉਹ ਵੀ ਠੀਕ ਹੋਈ ਆ। ਜੀ ਤੇ ਹੋਰ ਮੇਰਾ ਖੂਨ ਗਾੜਾ ਹੁੰਦਾ ਸੀਗਾ ਜੀ ਤੇ ਉਹ ਵੀ ਹੁਣ ਠੀਕ ਆ। ਕੋਲੇਸਟ੍ਰੋਲ ਵੀ ਮੇਰਾ ਜਿਹੜਾ ਸੀਗਾ ਉਹ ਕਈ ਵਾਰੀ ਵੱਧ ਘੱਟ ਜਿਹੜਾ ਨਾ ਕਾਲਾ ਹੋ ਜਾਂਦਾ ਸੀ। ਜੀ ਜੀ 8-10 ਸਾਲ ਤੋਂ ਪੁਰਾਣੀਆਂ ਦਰਦਾਂ ਸੀ ਤੇ ਇੱਥੇ ਆ ਕੇ ਤੁਹਾਡੀਆਂ ਜਿਹੜੀਆਂ ਸਹੀ ਹੋਈਆਂ। ਜੇ ਆਪਾਂ ਹਸਪਤਾਲ ਦੀ ਗੱਲ ਕਰੀਏ, ਹਸਪਤਾਲ ਵੀ ਗਏ ਹੋਗੇ, ਉੱਥੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਨੂੰ? ਉੱਥੋਂ ਫਰਕ ਨਹੀਂ ਆਇਆ? ਨਾ ਜੀ, ਮੈਂ ਬਹੁਤ ਦਵਾਈ ਖਾਧੀ, ਬੜੇ ਥਾਂ ਤੋਂ ਖਾਧੀ। ਜਿੰਨਾ ਚਿਰ ਦਵਾਈ ਖਾਣਾ ਸੀ ਉਹਨਾਂ ਚਿਰ ਫਰਕ ਰਹਿੰਦਾ, ਮੁੜ ਕੇ ਨਹੀਂ ਹੁੰਦਾ ਜੀ। ਕਿੰਨਾ ਕੁ ਪੈਸਾ ਲਾ ਚੁੱਕੇ ਆ ਹਸਪਤਾਲਾਂ ਦੇ ਵਿੱਚ? ਅਸੀਂ ਕਾਫੀ ਲਾਇਆ, ਅੱਗੇ ਕਈ ਥਾਂ ਤੋਂ ਦੀ ਦਵਾਈ ਖਾਧੀ, ਕਈਆਂ ਨੇ ਫਰੀ ਵੀ ਦਿੱਤੀ, ਕਹਿੰਦੇ ਜੀ ਬਾਅਦ ਚ ਪੈਸੇ ਦੇ ਦੇਵੇ, ਫਰਕ ਹੀ ਨਹੀਂ ਪਿਆ ਹੈਗਾ ਜੀ। ਇੱਥੇ ਆ ਕੇ ਮਤਲਬ ਤੁਸੀਂ ਬਿਲਕੁਲ ਤੰਦਰੁਸਤ ਹੋ ਗਏ ਆ? ਜੀ ਹੁਣ ਠੀਕ ਆ ਜੀ। ਜੀ ਬਾਕੀਆਂ ਨੂੰ ਵੀ ਦੱਸਦੇ ਹੋ ਕਿ ਇਕੱਲੇ ਹੀ ਆਪਣਾ ਇਲਾਜ ਕਰਵਾ ਕੇ ਚਲ ਜਾਂਦੇ ਆ? ਨਹੀਂ ਜੀ, ਕਾਫੀ 8-10 ਬੰਦਿਆਂ ਨੂੰ ਅਸੀਂ ਦੱਸਿਆ, ਉਹ ਵੀ ਹੁਣ ਅੱਗੇ ਨਾਲੋਂ ਠੀਕ ਆ, ਜੀ ਉਹਨਾਂ ਦਾ ਵੀ ਫਾਇਦਾ ਪੂਰਾ ਹੋ ਰਿਹਾ ਹੋ ਹੈ। ਗਿਆ ਜੀ। ਜੀ ਜੀ ਕਿੰਨੇ ਕੁ ਸਮੇਂ ਤੋਂ ਤੁਸੀਂ ਇਹਨਾਂ ਨਾਲ ਜੁੜੇ ਹੋਏ ਹੋ? ਇਹ 3 ਕੁ ਮਹੀਨੇ ਹੋ ਗਏ ਜੀ ਮੈਨੂੰ। ਜੀ 3 ਮਹੀਨੇ ਹੋ ਗਏ। 10 ਸਾਲਾਂ ਦੀ ਪੁਰਾਣੀ ਜਿਹੜੀ ਦਰਦਾਂ ਦੀ ਪ੍ਰੋਬਲਮ ਆ ਰਹੀ ਸੀ 3 ਮਹੀਨਿਆਂ ਦੇ ਵਿੱਚ ਹੋ ਗਈ ਸਹੀ? ਹਾਂਜੀ 3 ਮਹੀਨਿਆਂ ਚ ਹੋ ਗਈ ਸਹੀ। ਜੀ ਜੀ ਹਾਂਜੀ। ਸੋ ਹੋਰ ਵੀ ਆਪਾਂ ਮਰੀਜ਼ਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ। ਸੋ ਬਾਪੂ ਜੀ ਵੀ ਨਾਭੀ ਪੰਚਕਰਮਾ ਪਹੁੰਚਿਆ। ਪਹਿਲੇ ਬਾਪੂ ਜੀ ਇਹ ਦੱਸ ਦਿਓ ਤੁਸੀਂ ਕਿੱਥੋਂ ਆਏ ਹੋ? ਅਸੀਂ ਮਨਾਲੀ ਤੋਂ ਆਏ ਜੀ। ਮਨਾਲੀ ਤੋਂ ਆਏ ਹੋ, ਇੰਨੀ ਦੂਰੋਂ। ਉੱਥੇ ਹੋਰ ਵੀ ਬਹੁਤ ਸਾਰੇ ਹਸਪਤਾਲ ਆ, ਵੈਦ ਆ, ਉੱਥੇ ਕਿਉਂ ਨਹੀਂ ਤੁਸੀਂ ਗਏ? ਇੱਥੇ ਕਿਉਂ ਆਏ ਆ? ਉੱਥੇ ਪਹਿਲੇ ਬਹੁਤ ਜ਼ਿਆਦਾ ਪਹਿਲਾਂ ਇਲਾਜ ਕਰਾਇਆ ਸੀ। ਜੀ ਮੇਰੀ ਘਰਵਾਲੀ ਨੂੰ ਮਤਲਬ ਕਿਡਨੀ ਦੀ ਪ੍ਰੋਬਲਮ ਹੋ ਗਈ ਸੀ ਜੀ ਜੀ ਤੇ ਕਿਡਨੀ ਤੋਂ ਬਾਅਦ ਫਿਰ ਉਹਦੇ ਦਿਮਾਗ 'ਚ ਵੀ ਕੁਝ ਫਰਕ ਪੈ ਗਿਆ ਸੀ ਜੀ ਤੇ ਹੋਰ ਵੀ ਇਲਾਜ ਬਹੁਤ ਕਰਾਏ, ਨਹੀਂ ਇਲਾਜ ਕੋਈ ਫਰਕ ਨਹੀਂ ਪਿਆ। ਜੀ ਵਾਈਫ ਨੂੰ ਸਮੱਸਿਆ ਆ ਰਹੀ ਸੀ, ਕਿਡਨੀ ਦੀ ਸਮੱਸਿਆ? ਸਮੱਸਿਆ ਆ ਰਹੀ, ਵਾਈਫ ਨੂੰ ਸਮੱਸਿਆ ਆ ਰਹੀ ਸੀ। ਜੀ ਬਿਲਕੁਲ ਤੰਦਰੁਸਤ ਨੇ ਹੁਣ? ਹੁਣ ਬਿਲਕੁਲ ਤੰਦਰੁਸਤ ਹੈ। ਹੁਣ ਤਾਂ ਉਹ ਖਾਣਾ ਵੀ ਬਣਾ ਲੈਂਦੇ ਆ, ਹਰ ਚੀਜ਼ ਕੰਮ ਆਪਣੇ ਹੱਥੀਂ ਕਰ ਲੈਂਦੇ ਸਾਰਾ ਹੀ। ਹੁਣ ਦਿਮਾਗ ਦੀ ਵੀ ਕਮਜ਼ੋਰੀ ਸਾਰੀ ਚਲ ਗਈ ਹੈ। ਬਾਕੀ ਜਿਹੜੀ ਹਾਰਟ ਇਹ ਸੀ ਕਹਿਣਾ ਕਿਡਨੀ ਦੀ, ਉਹ ਵੀ ਬਿਲਕੁਲ ਠੀਕ ਹੋ ਚੁੱਕੀ ਹੈ। ਕਿੰਨੇ ਕੁ ਸਮੇਂ ਤੋਂ ਸਮੱਸਿਆ ਸੀ ਵਾਈਫ ਨੂੰ? 3 ਕੁ ਮਹੀਨੇ ਹੋ ਗਏ। 3 ਮਹੀਨੇ ਤੋਂ ਹੀ ਮਤਲਬ ਇਹ ਕੰਮ ਕੀਤਾ ਜੀ। ਜੀ ਜੀ ਤੇ ਡੇਲੀ ਮਤਲਬ ਪੰਜ ਕਰਮਾ ਜਿਹੜਾ ਅਸੀਂ ਤਾਂ ਨਿਤਨੇਮ ਦੇ ਨਾਲ ਮੈਂ ਕਰਦੇ ਰਹੇ, ਜਿਸ ਨਾਲ ਕਰਨੇ ਤੋਂ ਬਾਅਦ ਫਿਰ ਉਹ ਬਿਲਕੁਲ ਸਹੀ ਆ ਗਏ। ਜੀ ਨਾਭੀ ਪੰਚਕਰਮਾ ਬਾਰੇ ਕਿਹਨੇ ਦੱਸਿਆ ਸੀ? ਕਿੱਥੋਂ ਦੇਖ ਕੇ ਜਿਹੜਾ ਤੁਸੀਂ ਇੱਥੇ ਪਹੁੰਚੇ? ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਸੀ ਇਹ, ਜੀ ਜੀ ਤੇ ਇਹਨਾਂ ਨੇ ਦੱਸਿਆ ਤਾਂ ਵੀ ਇਸ ਤਰੀਕੇ ਨਾਲ ਇਹਨਾਂ ਨੇ ਦਵਾਈ ਦਿੱਤੀ ਸੀ ਵੀ ਇਸ ਤਰੀਕੇ ਨਾਲ ਤੁਸੀਂ ਕਰਨਾ ਹੈ। ਉਸ ਤਰੀਕੇ ਨਾਲ ਕਰਕੇ ਫਿਰ ਤੁਹਾਨੂੰ ਮਤਲਬ ਉਹਦਾ ਰਿਜ਼ਲਟ ਸਾਹਮਣੇ ਆ ਜਾਏਗਾ। ਜੀ ਉਹ 3 ਮਹੀਨੇ ਤਕਰੀਬਨ ਅਸੀਂ ਵਰਤਿਆ, ਉਹ 3 ਮਹੀਨੇ ਬਾਅਦ ਮਤਲਬ ਠੀਕ ਹੋ ਗਿਆ ਉਹ। ਜੀ ਹਸਪਤਾਲਾਂ ਦੇ ਕਾਫੀ ਚੱਕਰ ਕੱਟੇ ਹੋਣੇ, ਪੈਸਾ ਵੀ ਕਾਫੀ ਖਰਾਬ ਕੀਤਾ ਬਹੁਤ ਬਹੁਤ ਚੱਕਰ ਕੱਟੇ ਜੀ। ਹਸਪਤਾਲਾਂ ਤਾਂ ਬਹੁਤ ਚੱਕਰ ਕੱਢੇ ਪਏ, ਪੈਸਾ ਵੀ ਕਾਫੀ ਖਰਚ ਕੀਤਾ, ਲੇਕਿਨ ਇਸ ਨਾਲ ਵੀ ਉਹ ਬਹੁਤ ਜਲਦੀ ਮਤਲਬ
ਪ੍ਰੋਬਲਮ ਠੀਕ ਹੋ ਗਈ ਹੈ। ਜੀ ਅੱਜ ਵਾਈਫ ਨਹੀਂ ਨਾਲ ਆਏ, ਇਕੱਲੇ ਹੀ ਆਏ ਆ? ਇਕੱਲੇ ਆਏ ਉਹ ਨਹੀਂ ਆਏ। ਜੀ ਅੱਜ ਕੀ ਆਪਣਾ ਕੁਝ ਇਲਾਜ ਦੱਸਣ ਆਏ ਕਿ ਆਪਣਾ ਤਾਂ ਕੁਝ ਨਹੀਂ ਤਾਂ ਬਸ ਮਿਲਣ ਆਏ ਆ ਸਿਰਫ ਡਾਕਟਰ ਹਾਂਜੀ, ਸਾਹਿਬ? ਹਾਂਜੀ। ਪਿਆਰ ਵੱਧ ਗਿਆ ਡਾਕਟਰ ਸਾਹਿਬ ਨਾਲ ਕਿਉਂਕਿ ਫਰਕ ਲੱਗਾ ਇੱਥੇ ਆ ਕੇ। ਜੀ ਜੀ ਠੀਕ ਹੈ। ਹੋਰ ਵੀ ਕਿਸੇ ਨੂੰ ਲਿਆਉਂਦੇ ਕਿ ਇਕੱਲੇ ਆਂਦੇ ਵਾਈਫ ਦਾ ਇਲਾਜ ਕਰਵਾਉਣ ਆਂਦੇ ਆ? ਉਹਨਾਂ ਦਾ ਇਲਾਜ ਕਰਾਣੇ ਆਉਂਦੇ ਸੀ। ਜੀ ਜੀ ਹਾਂ ਜੀ ਹੁਣ ਹੋਰ ਵੀ ਕਿਸੇ ਨੂੰ ਨਾਲ ਦੇ ਦੱਸੋਗੇ ਆਸ-ਪਾਸ ਦੇ ਲੋਕਾਂ ਨੂੰ ਕਿ ਤੁਸੀਂ ਵੀ ਜਾਓ, ਤੁਸੀਂ ਵੀ ਉੱਥੇ ਜਾ ਕੇ ਫਾਇਦੇ ਲਓ, ਆਪਣੀ ਬਿਮਾਰੀ ਤੋਂ ਛੁਟਕਾਰਾ ਪਾਓ? ਬਿਲਕੁਲ ਦੱਸਾਂਗੇ ਜੀ ਹੁਣ ਤਾਂ ਸਾਰੀ ਚੀਜ਼ ਸਮਝਾ ਕੇ ਦੱਸਾਂਗੇ। ਜੀ ਜੀ ਕਿੱਥੋਂ ਆਏ ਹੋ ਤੁਸੀਂ? ਮੇਰਾ ਪਿੰਡ ਤੇਂਗ ਹੈ ਜੀ। ਜੀ ਤੇਂਗ ਤੋਂ ਆਇਆ, ਕਿਹੜੀ ਸਮੱਸਿਆ ਆ ਰਹੀ ਸੀ ਜੋ ਤੁਸੀਂ ਨਾਭੀ ਪੰਚਕਰਮਾ ਪਹੁੰਚੇ? ਵੈਸੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਮੇਰੇ ਘਰ ਵਾਲੀ ਨੂੰ ਸ਼ੂਗਰ ਦੀ ਪ੍ਰੋਬਲਮ ਸੀਗੀ। ਉਹਦੇ ਕਰਕੇ ਅਸੀਂ ਜਿਹੜਾ ਇਹ ਨਾਭੀ ਪੰਚਕਰਮਾ ਜਿਹੜਾ ਵਰਤਣਾ ਸ਼ੁਰੂ ਕੀਤਾ ਔਰ ਲਗਭਗ 3 ਮਹੀਨੇ ਤੋਂ ਅਸੀਂ ਪੂਰੀ ਫੈਮਿਲੀ ਜਿਹੜੀ ਆ ਉਹ ਇਸਤੇਮਾਲ ਕਰਦੇ ਹਾਂ ਔਰ ਸਾਰੀ ਫੈਮਿਲੀ ਜਿਹੜੀ ਆ ਸਾਡੀ ਉਹ ਵਧੀਆ ਰਿਜ਼ਲਟ ਹੈ ਇਹਦਾ, ਵਧੀਆ ਸਰੀਰਕ ਤੌਰ ਤੇ ਕਾਫੀ ਬੈਨੀਫਿਟ ਹੈ। ਵੈਸੇ ਕੋਈ ਮੈਨੂੰ ਆਪਣੇ ਆਪ ਨੂੰ ਕੋਈ ਮੇਜਰ ਬਿਮਾਰੀ ਨਹੀਂ ਸੀ, ਪਰ ਫਿਰ ਵੀ ਮੈਨੂੰ ਲੱਗਦਾ ਹੈ ਵੀ ਸਰੀਰਕ ਤੌਰ ਤੇ ਮੈਨੂੰ ਕਾਫੀ ਜਿਹੜਾ ਇਹਦਾ ਫਾਇਦਾ ਹੈ ਔਰ ਜਿਹੜੀ ਸੁਸਤੀ ਸੀਗੀ ਉਹ ਕਾਫੀ ਵੱਡੀ ਪੱਧਰ ਤੇ ਜਿਹੜੀ ਆ ਦੂਰ ਹੋਈ ਹੈ ਔਰ ਘਰਦਿਆਂ ਦੇ ਮੇਰੇ ਸ਼ੂਗਰ ਦੇ ਕਾਰਨ ਕਰਕੇ, ਕਮਜ਼ੋਰੀ ਦੇ ਕਰਕੇ ਸਿਰ ਦੇ